हाँ जी, थोड़ा थोड़ा नाल नोट करने वाला ते आपां नोट करदे जाने। चलो आपां स्टार्ट करदे हां जी, टाइम वेस्ट की करना। हाँ जी, पहला जो कल करदे पए सी उत्थे स्टार्ट करदे हां जी आपां। अपने कोले कोई भी मैपिंग अगर, एक मिनट, हाँ जी, टी ZN टू ZN ਆਪਾਂ ਚੈੱਕ ਕਰਨਾ ਇਹ 1 1 on to ਹੈਗੀ ਹੈ ਕਿ ਨਹੀਂ। ਸੇਮ ਆ ਦੋਨੋਂ ਸਾਈਡ ਤੇ ZN। ਤਾਂ ZN ਦਾ ਮਤਲਬ ਕੀ ਹੈ, ਇਹਦੇ ਚ ਕਿੰਨੇ ਐਲੀਮੈਂਟਸ ਹੋਣਗੇ? 0 1 2 3 ਐਂਡ ਸੋ ਔਨ n-1। ਠੀਕ ਹੈ ਜੀ। ਤਾਂ ਡਿਫਾਈਨ ਕਿਵੇਂ ਕਰਿਆ ਆਪਾਂ ਉਹ ਵੀ ਨੋਟ ਕਰ ਲਓ। ਡਿਫਾਈਨਡ ਬਾਏ, ਹਾਂਜੀ, tx ਇਜ਼ ਇਕੁਅਲ ਟੂ ax। ਇਹ ਜਿਹੜਾ a ਇਹਨਾਂ ਸਾਰਿਆਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਐਲੀਮੈਂਟ ਹੋਏਗਾ। a ਬਿਲੋਂਗਸ ਟੂ ZN। ਹਾਂਜੀ, is 1 1 mapping, is 1 1 mapping if and only if GCD of a and n is equal to 1। ਅਗਰ a ਤੇ n ਦੀ GCD 1 ਹੈ ਤਾਂ 1 1 ਮੈਪਿੰਗ ਹੋਏਗੀ। ਨਾਲ ਹੀ ਭਾਵੇਂ ਇੱਥੇ ਲਿਖ ਲਓ on to ਮੈਪਿੰਗ। 1 1 ਤੇ on to ਮੈਪਿੰਗ ਕਦੋਂ ਹੋਏਗੀ? ਜਦੋਂ ਦੋਵਾਂ ਦੀ GCD ਕਿੰਨੀ ਹੋਏਗੀ? a ਤੇ n ਦੀ 1 ਹੋਏਗੀ। ਤਾਂ ਨੰਬਰ ਆਫ 1 1 on to ਮੈਪਿੰਗ ਚੈੱਕ ਕਰ ਲਓ। ਨੰਬਰ ਆਫ 1 1 on to ਮੈਪਿੰਗ is equal to 5n। ਆਪਾਂ ਹੁਣ ਕਰਕੇ ਵੀ ਦੇਖਦੇ ਹਾਂ ਜੀ। ਇੱਕ ਦੇਖੋ, ਕੱਲ ਆਪਾਂ ਕਰਦੇ ਪਏ ਸੀ t Z10 to Z10। ਤੇ ਪਹਿਲਾਂ ਆਪਾਂ ਡਿਫਾਈਨ ਕਰਕੇ ਦੇਖ ਲੈਂਦੇ ਹਾਂ ਜੀ। ਆਪਾਂ tx is equal to 5x। ਤਾਂ ਇਹ ਦੇਖੋ 1 1 ਮੈਪਿੰਗ ਹੋਏਗੀ ਕਿ ਨਹੀਂ, ਕਿਦਾਂ ਪਤਾ ਲੱਗਣਾ? ਦੇਖੋ n ਦੀ ਵੈਲਿਊ ਮੇਰੇ ਕੋਲ ਕਿੰਨੀ ਆ? 10। a ਦੀ ਵੈਲਿਊ ਕਿੰਨੀ ਆ ਮੇਰੇ ਕੋਲੇ? 5 ਆ। ਤਾਂ ਆਪਾਂ 5 ਤੇ 10 ਦੀ GCD ਦੇਖਣੀ, ਯਾਨੀ ਕਿ ਗ੍ਰੇਟੈਸਟ ਕਾਮਨ ਡਿਵਾਈਜ਼ਰ ਦੇਖਣਾ। ਤਾਂ ਕਿੰਨਾ ਹੁੰਦਾ ਮੇਰੇ ਕੋਲੇ? 5 ਆ। ਬਟ ਆਪਾਂ ਨੂੰ GCD ਕਿੰਨੀ ਚਾਹੀਦੀ ਆ? 1 ਚਾਹੀਦੀ ਆ। ਸੋ this is not 1 1 mapping। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਸੇਮ ਤੇ ਡਿਫਾਈਨ ਕਰਦੇ ਅਗਰ ਆਪਾਂ tx is equal to 7x। ਹੁਣ 1 1 ਹੋਏਗੀ ਕਿ ਨਹੀਂ? 1 1 on to, ਠੀਕ ਹੈ ਨਾ? ਇਹ 1 1 ਆ ਨਾ ਇਹ on to। ਤਾਂ ਹੁਣ ਦੇਖੋ 7 ਤੇ 10 ਦੀ GCD ਕਿੰਨੀ ਹੈ ਮੇਰੇ ਕੋਲੇ? 1। ਤਾਂ ਇਹ ਫਿਰ ਕੀ ਹੈ ਮੇਰੇ ਕੋਲੇ? 1 1 ਐਂਡ on to mapping। ਕਲੀਅਰ ਹੈ ਜੀ? ਕਿਸ ਨਹੀਂ ਲੱਗਾ ਪਤਾ ਤਾਂ ਦੱਸ ਦਿਓ। ਤਾਂ ਟੋਟਲ ਨੰਬਰ ਆਫ 1 1 on to mappings ਕਿੰਨੀਆਂ ਹੋਣਗੀਆਂ? 5 10। ਤਾਂ 5 10 ਦੀ ਵੈਲਿਊ ਕਿੰਨੀ ਹੋਏਗੀ? 4। ਤਾਂ ਉਹ ਕਿਹੜੀਆਂ ਕਿਹੜੀਆਂ ਹੋਣਗੀਆਂ ਉਹ ਵੀ ਤੁਹਾਨੂੰ ਕੱਲ ਦੱਸ ਦਿੱਤਾ ਹੈ। ਜਿਨ੍ਹਾਂ ਦੀ GCD ਕਿੰਨੀ ਹੋਏਗੀ ਇਹਦੇ ਨਾਲ 1 ਬਣੇਗੀ। ਯਾਨੀ ਕਿ 1 ਤੇ 10 ਇੱਕ ਮੈਪਿੰਗ ਕਿਹੜੀ ਹੋ ਜਾਏਗੀ? ਇਹਦੀ GCD ਵੀ 1 ਬਣਦੀ ਹੈ। ਤਾਂ ਮੈਪਿੰਗ ਬਣੇਗੀ tx is equal to 1x। ਫਿਰ ਅੱਗੇ ਹੈਗਾ ਮਤਲਬ ਨੈਕਸਟ 3 ਤੇ 10, ਇਹਦੀ GCD ਕਿੰਨੀ ਬਣੇਗੀ? 1। ਇਹ ਇੱਕ ਮੈਪਿੰਗ ਹੋ ਜਾਏਗੀ 3x ਵਾਲੀ। ਹੋਰ ਅੱਗੇ 7x ਵਾਲੀ ਆਪਾਂ ਪਹਿਲਾਂ ਹੀ ਲਿਖ ਚੁੱਕੇ ਹਾਂ ਜੀ। ਇੱਕ ਕਿਹੜੀ ਆ ਜਾਏਗੀ 9 ਤੇ 10, ਇਹਦੀ ਵੀ GCD ਕਿੰਨੀ ਬਣੇਗੀ? 1। ਤਾਂ ਮੈਪਿੰਗ ਕਿਹੜੀ ਆ ਜਾਏਗੀ? tx is equal to 9x। ਕਲੀਅਰ ਹੈ ਜੀ? ਤਾਂ 4 ਮੈਪਿੰਗਸ ਹੋਊਗਾ ਕਿਹੜੀਆਂ ਜਿਹੜੀਆਂ ਮੇਰੇ ਕੋਲੇ 1 1 ਤੇ on to ਆ। ਕਲੀਅਰ ਹੈ ਜੀ? ਇਸ ਨਹੀਂ ਪਤਾ ਲੱਗਾ ਤਾਂ ਦੱਸ ਦਿਓ, ਫਿਰ ਮੈਂ ਆਪਾਂ ਅੱਗੇ ਕਰੀਏ। ਤਾਂ ਨੈਕਸਟ ਦੇਖੋ ਜਰਾ, ਫਿਰ ਇੱਕ ਹੋਰ ਆਪਾਂ ਲਿਖ ਦਿੰਦਾ ਮੈਂ, ਤਾਂ ਤੁਸੀਂ ਦੱਸਣਾ ਹੈ 1 1 on to ਮੈਪਿੰਗ ਹੈਗੀ ਹੈ ਕਿ ਨਹੀਂ। TZ100 to Z100 ਆਪਾਂ ਡਿਫਾਈਨ ਕਰ ਦਿੱਤਾ। ਤਾਂ ਡਿਫਾਈਨ ਕਿਵੇਂ ਕਰਿਆ ਆਪਾਂ? tx is equal to 29x। ਹਾਂਜੀ, ਚੈੱਕ ਕਰਨਾ 1 1 on to ਮੈਪਿੰਗ ਹੈ ਕਿ ਨਹੀਂ। ਹਾਂਜੀ ਬੋਲ ਦਿਓ ਫਟਾਫਟ। ਚੈੱਕ ਕਰ ਲਓ ਜੀ ਹੈ ਕਿ ਨਹੀਂ। ਜਸਟ GCD ਚੈੱਕ ਕਰਨੀ ਹੈ ਜੀ ਤੁਸੀਂ। GCD 29 ਤੇ 100 ਦੀ ਕਿੰਨੀ ਹੁੰਦੀ ਹੈ ਜੀ? 1 ਹੁੰਦੀ ਆ। 1। ਹਾਂਜੀ, ਅਗਰ 1 ਆ ਤਾਂ ਫਿਰ ਕੀ ਹੋਏਗਾ? 1 1 ਵੀ ਆ ਐਂਡ on to ਵੀ ਆ। ਠੀਕ ਹੈ। ਟੋਟਲ ਜੇ ਫਾਈਂਡ ਕਰਨੀ ਹੈ ਹੁਣ ਤਾਂ ਤੁਸੀਂ ਕਿੰਨੀਆਂ ਫਾਈਂਡ ਕਰੋਗੇ? ਜੇ ਟੋਟਲ ਇਹਨਾਂ ਦੀ ਕਾਊਂਟਿੰਗ ਪਤਾ ਕਰਨੀ ਹੋਏ ਤਾਂ ਉਹ ਵੀ ਚੈੱਕ ਕਰ ਲਓ। ਨੰਬਰ ਆਫ 1 1 on to ਮੈਪਿੰਗ
ਕਿੰਨੀਆਂ ਹੋਣਗੀਆਂ ਜੀ 500। ਤਾਂ 500 ਕਿੰਨੀਆਂ ਸੀ ਆਪਾਂ ਫਾਈਂਡ ਕਰ ਚੁੱਕੇ ਹਾਂ, ਟੋਟਲ ਕਿੰਨੀਆਂ ਹੁੰਦੀਆਂ ਸੀ ਇਹ 40। ਠੀਕ ਹੈ, ਇਹਦੇ ਆਹ ਆਪਾਂ ਬਣਾ ਕੇ 500 ਦੇ। ਕਲੀਅਰ ਹੈ? ਚਲੋ ਅੱਗੇ ਚੱਲਦੇ ਹਾਂ ਆ ਨਹੀਂ एक्सक्यूज ਕਲੀਅਰ मी ਹੋਇਆ। सर ਹਾਂਜੀ। सर मैं लेट ज्वाइन की है क्लास से, टॉपिक अपना केड़ा चल रहा है? ਨੰਬਰ ਥਿਊਰੀ ਹੈ ਜੀ। ओके ਹਾਂਜੀ, ਥੋੜਾ ਹੀ ਕਰਿਆ ਇਹ ਮੈਂ ਏਦਾਂ ਹਾਂਜੀ ਹੀ ਜਿੱਦਾਂ ਆਪਾਂ ਬਣਾਇਆ ਨਾ ਆਪਾਂ ਇਸੇ ਤਰ੍ਹਾਂ ਹੀ ਅਪਡੇਟ ਕਰ ਦਾਂਗੇ ਉੱਪਰ ਤੁਹਾਨੂੰ ਨਾ ਜਿਵੇਂ ਨੋਟਸ ਬਣ ਜਾਣਗੇ ਇਹਦੇ, ਕਿਉਂਕਿ ਇਹ ਆਪਾਂ ਠੀਕ ਵਾਈਟ ਹੈ ਬੋਰਡ ਤੇ ਕਰਦੇ ਪਏ। ठीक है ਸਰ ਹਾਂਜੀ 500 ਦੇ ਬਣਾ ਕੇ ਦੱਸਿਓ। ਹਾਂਜੀ 500 ਲਿਖਣਾ ਕਿਵੇਂ ਲਿਖਾਂਗੇ 2 raised to power 2 ਤੇ 5 raised to power 2 ਇਹ ਤਾਂ ਆਪਾਂ ਕਰ ਚੁੱਕੇ ਹਾਂ ਜੀ। ਇਹਨੂੰ ਕਿਵੇਂ ਲਿਖਾਂਗੇ ਫਿਰ 100 into 1 minus 1/2 1 minus 1/5 ਤੇ ਜਿਹਨੂੰ ਸੋਲਵ ਕਰਾਂਗੇ 14 ਬਣ ਜਾਂਦਾ। ਠੀਕ ਹੈ ਜੀ। 5 ਫੰਕਸ਼ਨ ਆਪਾਂ ਜਿਹੜਾ ਕਰਦੇ ਪਏ ਸੀ। ਹਾਂਜੀ, ਤਾਂ ਇੱਕ ਵਾਰ ਆਪਾਂ ਕਰ ਲਈਏ ਗ੍ਰੇਟੈਸਟ ਕਾਮਨ ਡਿਵਾਈਜ਼ਰ ਵੀ ਕਰ ਲਈਏ। ਹਾਂਜੀ, GCD ਕੀ ਹੁੰਦਾ ਮੇਰੇ ਕੋਲ ਜੀ ਗ੍ਰੇਟੈਸਟ ਕਾਮਨ ਡਿਵਾਈਜ਼ਰ। ਹਾਂਜੀ, ਲਿਖਣਾ ਕਿਵੇਂ ਆਪਾਂ ਕੋਈ ਵੀ ਆਪਣੇ ਕੋਲੇ ਦੋ ਐਲੀਮੈਂਟਸ ਹੋਣਗੇ A ਤੇ B, ਇੰਟੀਜ਼ਰਸ ਹੋਣਗੇ ਦੋਨੋਂ, ਐਂਡ ਇਹਨਾਂ ਦੇ ਵਿੱਚੋਂ ਕੀ ਹੋਏਗਾ B greater than 0 then ਹਾਂਜੀ then ਆਪਾਂ ਕਿਵੇਂ ਇਹਨੂੰ ਕਰਾਂਗੇ, ਇੱਕ ਮਿੰਟ ਜੀ ਡਿਵੀਜ਼ਨ ਐਲਗੋਰਿਥਮ ਲਿਖ ਲੈਂਦੇ ਆਪਾਂ ਇਹਦਾ, ਇੱਕ ਮਿੰਟ। A ਨਾ 0 ਦੇ ਬਰਾਬਰ ਹੋਏਗਾ ਨਾ ਹੀ B 0 ਦੇ ਬਰਾਬਰ ਹੋਏਗਾ, ਦੋਨੋਂ ਨਾਨ ਜ਼ੀਰੋ ਹੋਣਗੇ। ਤਾਂ ਫਿਰ ਇਹਨਾਂ ਦਾ ਗ੍ਰੇਟੈਸਟ ਕਾਮਨ ਡਿਵਾਈਜ਼ਰ ਆਪਾਂ ਕਿਵੇਂ ਲਿਖਾਂਗੇ GCD ਕਾਦੀ A ਤੇ B ਦੀ ਜੋ ਵੈਲਿਊ ਆਈ ਉਹਨੂੰ ਲਿਖਾਂਗੇ ਆਪਾਂ D। ਇਹਦੀ ਪ੍ਰੋਪਰਟੀਜ਼ ਕੀ ਹੈ, A ਵਾਲਾ D ਕਿਹਨੂੰ ਡਿਵਾਈਡ ਕਰੇਗਾ A ਨੂੰ ਵੀ ਡਿਵਾਈਡ ਕਰੇਗਾ ਐਂਡ D B ਨੂੰ ਵੀ ਡਿਵਾਈਡ ਕਰੇਗਾ। ਹਾਂਜੀ, ਸੈਕੰਡ ਪ੍ਰੋਪਰਟੀ ਕੀ ਹੈ ਮੇਰੇ ਕੋਲੇ, ਹਾਂਜੀ ਅਗਰ ਕੋਈ ਵੀ C ਆ ਜੋ A ਨੂੰ ਵੀ ਡਿਵਾਈਡ ਕਰਦਾ ਐਂਡ B ਨੂੰ ਵੀ ਡਿਵਾਈਡ ਕਰਦਾ ਤਾਂ ਦੈਨ ਉਹ ਕੀ ਕਰੇਗਾ C D ਨੂੰ ਵੀ ਡਿਵਾਈਡ ਕਰੇਗਾ, ਕਿਉਂਕਿ ਸਭ ਤੋਂ ਵੱਡਾ ਕਿਹੜਾ ਆ D ਹੋਏਗਾ। ਇਹਨਾਂ ਤੋਂ ਇਲਾਵਾ ਜਿਹੜਾ ਛੋਟਾ ਆ ਤਾਂ ਉਹ ਕੀ ਆ C ਜਿਹੜਾ A ਨੂੰ ਵੀ ਡਿਵਾਈਡ ਕਰਦਾ C B ਨੂੰ ਵੀ ਡਿਵਾਈਡ ਕਰਦਾ ਉਹ C D ਨੂੰ ਵੀ ਪੱਕਾ ਡਿਵਾਈਡ ਕਰੇਗਾ। ਕਲੀਅਰ ਹੈ ਜੀ। ਤਾਂ ਇੱਕ ਡਿਵੀਜ਼ਨ ਐਲਗੋਰਿਥਮ ਦੇ ਨਾਲ ਵੀ ਮੈਂ ਤੁਹਾਨੂੰ ਸਿਖਾ ਦਿੰਦਾ ਵੀ ਆਪਾਂ GCD ਕਿੱਦਾਂ ਫਾਈਂਡ ਕਰਨੀ ਆ, ਤਾਂ ਉਹ ਵੀ ਨੋਟ ਕਰ ਲਓ ਜਰਾ। ਕੋਈ ਕਈ ਵਾਰ ਕੀ ਹੁੰਦਾ ਜਿਹਨੂੰ ਆਪਾਂ ਡਿਵੀਜ਼ਨ ਐਲਗੋਰਿਥਮ ਕਹਿ ਦਿੰਦੇ ਆ ਐਕਲੂਡੀਅਨ ਐਲਗੋਰਿਥਮ, ਤਾਂ ਉਹ ਕਿਵੇਂ ਆਪਾਂ ਫਾਈਂਡ ਕਰਨੀ ਹੈ ਦੇਖੋ ਡਿਵੀਜ਼ਨ ਐਲਗੋਰਿਥਮ। ਹਾਂਜੀ ਦੇਖੋ ਜਰਾ A ਤੇ B ਮੇਰੇ ਕੋਲ ਦੋ ਕੀ ਆ ਇੰਟੀਜ਼ਰਸ ਨੇ, B ਦੀ ਵੈਲਿਊ ਮੇਰੇ ਕੋਲ ਗ੍ਰੇਟਰ ਦੈਨ 0 ਤੇ ਫਿਰ ਆਪਾਂ ਕੀ ਲਿਖਾਂਗੇ A is equal to BQ plus R, ਯਾਨੀ ਕਿ ਆਪਾਂ ਕਰ ਦਿੱਤਾ A ਨੂੰ ਕਿਹਦੇ ਨਾਲ ਡਿਵਾਈਡ ਕਰ ਦਿੱਤਾ B ਦੇ ਨਾਲ। ਠੀਕ ਹੈ ਜੀ, ਫਿਰ Q ਉੱਪਰ ਮੇਰੇ ਕੋਲ ਆ ਗਿਆ ਤੇ R ਮੇਰੇ ਕੋਲ ਕੀ ਬਚ ਗਿਆ ਰਿਮਾਈਂਡਰ ਬਚ ਗਿਆ। ਤਾਂ ਇਸ ਫਾਰਮੂਲੇ ਨਾਲ ਕੀ ਕਰਨਾ ਆਪਾਂ ਡਿਵੀਜ਼ਨ ਐਲਗੋਰਿਥਮ ਦੇ ਨਾਲ ਕਿ ਆਪਾਂ GCD ਫਾਈਂਡ ਕਰਨੀ ਹੈ। GCD ਕਿੱਦਾਂ ਫਾਈਂਡ ਕਰਨੀ ਹੈ ਦੇਖੋ, ਸਪੋਜ਼ ਕਰੋ ਮੈਂ GCD ਫਾਈਂਡ ਕਰਨ ਲੱਗਾ ਜੀ 40 and 7 ਦੀ, ਤਾਂ ਤੁਸੀਂ ਕੀ ਕਰਨਾ 14 ਨੂੰ 7 ਤੇ ਡਿਵਾਈਡ ਕਰ ਦੇਣਾ। ਦੇਖੋ ਕਿੰਨਾ ਬਚ ਜਾਏਗਾ ਆਪਣੇ ਕੋਲੇ 5 35 ਤੇ 5 ਰਿਮਾਈਂਡਰ ਬਚ ਗਿਆ। ਆਪਾਂ ਕੀ ਲਿਖਣਾ A ਦੀ ਵੈਲਿਊ ਇੱਥੇ ਮੇਰੇ ਕੋਲ ਕਿੰਨੀ ਆ 40, B ਕਿੰਨਾ ਮੇਰੇ ਕੋਲੇ 7 ਤੇ Q ਕਿੰਨਾ ਮੇਰੇ ਕੋਲੇ ਤੇ R ਡਿਵਾਈਡ ਵਾਲਾ ਆਪਾਂ ਲਿਖ ਦਿੰਦੇ ਹਾਂ ਇਹਨੂੰ ਜੀ 40 is equal to, ਇਹ ਵੈਸੇ ਸਾਰਿਆਂ ਨੇ ਕਰੀ ਹੁੰਦੀ ਆ, ਲਿਖਦੇ ਹਾਂ ਆਪਾਂ 7 into 5 plus 5। ਠੀਕ ਹੈ ਜੀ, ਤਾਂ ਹੁਣ ਕੀ ਕਰਨਾ ਜੋ ਆਪਣੇ ਕੋਲ ਇੱਥੇ B ਆਇਆ ਉਹਨੂੰ ਕੀ ਬਣਾ ਲੈਣਾ ਆਪਾਂ A ਦੀ ਜਗ੍ਹਾ ਲੈ ਜਾਣਾ। ਦੇਖੋ ਹੁਣ B ਕੀ ਬਣ ਗਿਆ ਮੇਰੇ ਕੋਲ ਇੱਥੇ 7। ਹੁਣ ਜੋ ਰਿਮਾਈਂਡਰ ਸੀਗਾ ਹੁਣ ਆਪਾਂ ਦੇਖੋ ਇੱਥੇ ਮੈਂ ਥੋੜਾ ਰਬ ਕਰ ਲਈਏ, ਆ ਦੇਖੋ ਰਾਈਟ ਸਾਈਡ ਤੇ ਦੇਖਦੇ ਜਾਣਾ 5 ਰਿਮਾਈਂਡਰ ਬਚਿਆ ਸੀਗਾ, ਜੋ ਰਿਮਾਈਂਡਰ ਬਚਿਆ ਆ ਉੱਪਰ ਵਾਲਾ ਇੱਧਰ ਲੈ ਆਉਣਾ 7। ਹੁਣ ਫਿਰ ਇਹਨਾਂ ਡਿਵਾਈਡ ਕਰ ਦੇਣਾ, ਜੇ ਡਿਵਾਈਡ ਕਰਿਆ ਕਿੰਨਾ ਬਣ ਗਿਆ ਦੇਖੋ 1 ਇੱਥੇ 5 ਤੇ ਇੱਥੇ ਕਿੰਨਾ ਬਣ ਗਿਆ ਜੀ 2 ਬਣ ਗਿਆ। ਤੇ ਆਪਾਂ ਕੀ ਲਿਖਾਂਗੇ ਫਿਰ
5 into 1 plus 2। देखो 2 ਨਾਲ ਡਿਵਾਈਡ ਕਰ ਦੇਣਾ ਤੇ ਉੱਪਰ ਵਾਲਾ 5 ਨੀਚੇ ਲੈ ਆਉਣਾ। 5 ਨਾਲ ਕਰ ਦਿੱਤਾ ਇਹ ਬਣ ਗਿਆ ਮੇਰੇ ਕੋਲ ਦੇਖੋ 1, ਇਹ ਬਣ ਗਿਆ 3 ਤਾਂ ਫਿਰ ਬਚ ਗਿਆ 2 ਰਿਮਾਈਂਡਰ। ਹੁਣ ਕੀ ਲਿਖਾਂਗੇ ਆਪਾਂ 5 ਹਾਂਜੀ ਇਹ ਬਣ ਗਿਆ ਮੇਰੇ ਕੋਲ 2 into 1 plus 2 ਕਲੀਅਰ ਹੈ ਜੀ। ਇੱਕ ਮਿੰਟ ਜੀ 2 into ਇੱਥੇ 2 into 2 plus 1 नहीं आएगा sir? ਹਾਂਜੀ 4 ਹਾਂਜੀ 4 ਹੋ ਜਾਣਾ ਜੀ 2 into 2 plus 1। ਤਾਂ ਹੁਣ ਇਧਰ 2 ਸੀਗਾ ਤੇ 2 ਇਧਰ ਲੈ ਕੇ ਆਓ। 2 ਦੇ ਨਾਲ ਜਦੋਂ ਆਪਾਂ ਡਿਵਾਈਡ ਕਰਨਾ ਖਤਮ ਹੋ ਜਾਣਾ, ਯਾਨੀ ਕਿ ਇਹ ਬਣ ਗਿਆ ਮੇਰੇ ਕੋਲ 2 into 1 plus 0। ਜੋ ਮੇਰੇ ਕੋਲ ਲਾਸਟ ਵਾਲਾ 0 ਤੋਂ ਪਹਿਲਾਂ ਵਾਲਾ ਨॉन ਜ਼ੀਰੋ ਰਿਮਾਈਂਡਰ ਆਇਆ, ਨॉन ਜ਼ੀਰੋ ਰਿਮਾਈਂਡਰ ਉਹ ਮੇਰੀ ਜੀਸੀਡੀ ਹੁੰਦੀ ਹੈ ਜੀ। ਦੇਖੋ ਇਹ ਮੇਰੀ ਜੀਸੀਡੀ ਹੋਏਗੀ ਤਾਂ ਜੀਸੀਡੀ ਕਿੰਨੀ ਆ ਗਈ ਮੇਰੇ ਕੋਲ 1। ਠੀਕ ਹੈ ਜੀ। ਇਹ ਆਪਾਂ ਡਿਵੀਜ਼ਨ ਐਲਗੋਰਿਥਮ ਦੇ ਨਾਲ ਕੀ ਕਰ ਸਕਦੇ ਆਪਾਂ ਜੀਸੀਡੀ ਫਾਈਂਡ ਕਰ ਸਕਦੇ ਹਾਂ। ਇਹਨੂੰ ਆਪਾਂ ਐਕਲੂਡੀਅਨ ਐਲਗੋਰਿਥਮ ਵੀ ਕਹਿ ਦਿੰਦੇ ਆ, ਉਹ ਵੀ ਭਾਵੇਂ ਨੋਟ ਕਰ ਲਓ ਨਾਲ। ਐਕਲੂਡੀਅਨ ਕਲੀਅਰ ਹੈ ਜੀ। ਤਾਂ ਅੱਗੇ ਚਲੀਏ। ਹੁਣ ਤੁਸੀਂ ਜੀਸੀਡੀ ਫਾਈਂਡ ਕਰਨੀ ਹੋਵੇ ਭਾਵੇਂ ਤੁਸੀਂ ਏਬੀ ਦੀ ਫਾਈਂਡ ਕਰਦੇ ਹੋ ਜਾਂ ਤੁਸੀਂ ਕੀ ਫਾਈਂਡ ਕਰਦੇ ਹੋ ਜੀਸੀਡੀ -a ਤੇ b ਦੀ ਫਾਈਂਡ ਕਰਦੇ ਹੋ ਜਾਂ ਤੁਸੀਂ ਜੀਸੀਡੀ ਫਾਈਂਡ ਕਰਦੇ ਹੋ ਜੀ a ਐਂਡ -b ਦੀ, ਜਾਂ ਦੋਨੋਂ ਹੀ ਭਾਵੇਂ ਕੀ ਹੋਣ ਮਾਈਨਸ ਦੇ ਹੋਣ ਤਾਂ ਜੀਸੀਡੀ ਸਾਰਿਆਂ ਦੀ ਕਿੰਨੀ ਆਏਗੀ ਸੇਮ ਆਏਗੀ। ਠੀਕ ਹੈ, ਸਾਰਿਆਂ ਦੀ ਜੀਸੀਡੀ ਕੀ ਆਏਗੀ ਸੇਮ ਹੀ ਆਏਗੀ। ਸੈਕੰਡ ਦੇਖ ਲਓ ਜੀ, ਤੁਸੀਂ ਜੀਸੀਡੀ ਫਾਈਂਡ ਕਰਨੀ ਹੈ ਜੀ a ਤੇ 0 ਦੀ। ਹਾਂਜੀ ਕਿੰਨੀ ਆ ਸਕਦੀ ਹੈ ਦੱਸ ਸਕਦਾ ਤੁਹਾਡੇ ਚੋਂ ਕੋਈ? ਜਾਂ ਤੁਸੀਂ ਜੀਸੀਡੀ ਫਾਈਂਡ ਕਰਨੀ ਹੈ -a ਤੇ 0 ਤਾਂ ਕਿੰਨਾ ਆਨਸਰ ਆ ਜਾਏਗਾ? ਹੁਣ ਦੇਖੋ ਤੁਸੀਂ ਦੇਖਣਾ ਦੋਨਾਂ ਨੂੰ ਕੌਣ ਕੌਣ ਡਿਵਾਈਡ ਕਰ ਸਕਦਾ। ਦੇਖੋ 0 ਨੂੰ ਕੌਣ ਡਿਵਾਈਡ ਕਰੇਗਾ? ਹਾਂਜੀ 0 ਦਾ ਡਿਵਾਈਜ਼ਰ ਕੌਣ ਆ? 0 ਹੀ ਆ ਗੱਲਾਂ। ਤਾਂ ਅੱਗੇ ਦੇਖੋ ਫਿਰ a ਨੂੰ ਕੌਣ ਕੌਣ ਡਿਵਾਈਡ ਕਰ ਸਕਦਾ? a ਦੇ ਡਿਵਾਈਜ਼ਰ ਕਿਹੜੇ ਕਿਹੜੇ ਹੋਣਗੇ? ਇੱਕ ਮਿੰਟ ਜੀ, 0 ਨੂੰ ਕੌਣ ਕੌਣ ਡਿਵਾਈਡ ਕਰ ਸਕਦਾ? ਉਲਟਾ ਬੋਲਿਆ ਗਿਆ। ਹਾਂਜੀ 0 ਨੂੰ ਕੌਣ ਕੌਣ ਡਿਵਾਈਡ ਕਰ ਸਕਦਾ? 1 ਵੀ ਡਿਵਾਈਡ ਕਰ ਸਕਦਾ, 2 ਵੀ ਕਰ ਸਕਦਾ, 3 ਵੀ ਕਰ ਸਕਦਾ, 4 ਵੀ ਐਂਡ ਸੋ ਔਨ ਚੱਲਦਾ ਜਾਂਦਾ। ਨਾਲੇ ਪਲੱਸ ਮਾਈਨਸ ਦੇ ਸਾਈਨ ਲਗਾ ਲਓਗੇ ਸਾਰਿਆਂ ਦੇ। ਤਾਂ a ਨੂੰ ਕੌਣ ਕੌਣ ਡਿਵਾਈਡ ਕਰ ਸਕਦਾ? ਜਾਂ ਤਾਂ ਇਹਨੂੰ +-1 ਡਿਵਾਈਡ ਕਰ ਸਕਦਾ, ਜਾਂ ਇਹਨੂੰ ਕੌਣ ਡਿਵਾਈਡ ਕਰੇਗਾ? ਹੁਣ a ਤੇ ਡਿਪੈਂਡ ਹੈ ਨਾ, +- a ਤਾਂ ਡਿਵਾਈਡ ਕਰੇਗਾ ਹੀ ਕਰੇਗਾ। ਤਾਂ ਹੁਣ ਇਹਨਾਂ ਦੇ ਵਿੱਚੋਂ ਗ੍ਰੇਟੈਸਟ ਕਿਹੜਾ ਆਏਗਾ? ਅੱਗੇ ਚੱਲ ਕੇ ਇੱਥੇ ਕਿਤੇ +-a ਵੀ ਆਏਗਾ ਨਾ, ਤਾਂ ਫਿਰ ਗ੍ਰੇਟੈਸਟ ਕੌਣ ਆ ਗਿਆ ਇਹਨਾਂ ਦੇ ਵਿੱਚੋਂ? a ਆ ਗਿਆ। ਯਾਨੀ ਕਿ ਕਹਿਣ ਦਾ ਮਤਲਬ ਕੀ ਆ, ਜਿਵੇਂ ਜੀਸੀਡੀ ਮੈਂ ਚੈੱਕ ਕਰਨੀ ਹੋਏ 12 ਤੇ 0 ਦੀ, ਤਾਂ ਹੁਣ 12 ਤੇ 0 ਨੂੰ ਦੇਖੋ 0 ਨੂੰ ਕੌਣ ਡਿਵਾਈਡ ਕਰਦਾ? 0 ਨੂੰ ਹਰ ਇੱਕ ਨੰਬਰ ਡਿਵਾਈਡ ਕਰਦਾ, ਯਾਨੀ ਕਿ +-1 2 3 4 ਐਂਡ ਚੱਲਦਾ ਜਾਏਗਾ ਮੇਰੇ ਕੋਲ +-12 +-13 ਚੱਲਦਾ ਗਿਆ। ਤਾਂ 12 ਦੇ ਡਿਵਾਈਜ਼ਰ ਦੇਖ ਲਓ ਕੌਣ ਆ? +-1 ਆ ਜੀ, +-2 ਆ, +-3 ਆ, +-4 ਆ, +-6 ਆ ਤੇ +-12 ਆ। ਤਾਂ ਇਸ ਤੋਂ ਅੱਗੇ 12 ਨੂੰ ਹੋਰ ਕੋਈ ਨਹੀਂ ਡਿਵਾਈਡ ਕਰਦਾ। ਆਪਾਂ ਸਭ ਤੋਂ ਵੱਡਾ ਡਿਵਾਈਜ਼ਰ ਦੇਖਣਾ, ਤਾਂ ਸਭ ਤੋਂ ਵੱਡਾ ਕਿਹੜਾ ਜੀ? 12। ਇਹਦੀ ਜੀਸੀਡੀ ਕਿੰਨੀ ਬਣ ਗਈ? 12 ਬਣ ਗਈ। ਤਾਂ ਇਹ ਚੈੱਕ ਕਰਨ ਦਾ ਤਰੀਕਾ, ਯਾਨੀ ਕਿ ਜਦੋਂ ਵੀ ਤੁਸੀਂ ਜੀਸੀਡੀ ਚੈੱਕ ਕਰਨੀ ਹੈ ਕਾਦੀ 0 ਦੇ ਨਾਲ, ਤਾਂ ਉਹੀ ਨੰਬਰ ਆਏਗਾ ਜਿਹਦੀ ਆਪਾਂ ਚੈੱਕ ਕਰ ਰਹੇ ਹਾਂ। ਨੋਟ ਕਰ ਲਓ, ਕਈ ਵਾਰ ਕੁਐਸਚਨ ਇਹ ਈਜ਼ੀ ਵੀ ਪੁੱਛਿਆ ਜਾ ਸਕਦਾ ਹੈ। ਹਾਂਜੀ ਅੱਗੇ ਚੱਲਦੇ ਹਾਂ ਜੀ। ਨੈਕਸਟ ਦੇਖੋ, ਆਪਾਂ ਜੀਸੀਡੀ ਚੈੱਕ ਕਰਨੀ ਹੈ ਜੀ ਕਾਦੀ ਕੇ ਤੇ AB। ਠੀਕ ਹੈ, ਦੋਨਾਂ ਨਾਲ k ਮਲਟੀਪਲਾਈ ਕਰਦਾ। ਤੁਸੀਂ ਜਸਟ ਕੀ ਕਰਦੇ ਹੋ, k ਦਾ ਮੋਡੂਲਸ ਬਾਹਰ ਨਿਕਾਲ ਲਓ ਤਾਂ ਜੀਸੀਡੀ ਫਾਈਂਡ ਕਰ ਦਿਓ ਕਾਦੀ a ਐਂਡ b ਦੀ, ਤਾਂ ਤੁਹਾਡੇ ਕੋਲ ਸੇਮ ਆਨਸਰ ਆ ਜਾਏਗਾ। ਡਨ ਹੈ ਜੀ। ਕਿਸ ਨੂੰ ਨਹੀਂ ਪਤਾ ਲੱਗਾ ਤਾਂ ਦੱਸ ਦਿਓ। ਹਾਂਜੀ 0 ਵਾਲਾ ਇਹਦੇ ਚ ਇੰਪੋਰਟੈਂਟ ਸੀਗਾ। ਤਾਂ ਅੱਗੇ सर ਦੇਖੋ दोबारा दस्यो। ਕਿਹੜਾ ਜੀ? आही जो लाइन लिखी है जी जीसीडी के ਹਾਂਜੀ ਤੁਸੀਂ a ਤੇ b ਕੋਈ ਵੀ ਨੰਬਰ ਲੈ ਲਓ। ਤੁਸੀਂ ਜੀਸੀਡੀ ਚੈੱਕ ਕਰਨੀ ਹੈ ਜਿਵੇਂ ਆਪਾਂ ਹੁਣੇ ਚੈੱਕ ਕਰਦੇ ਪਏ ਆ 8 ਐਂਡ 12 ਦੀ। ਠੀਕ ਹੈ ਜੀ 8 ਐਂਡ 12 ਦੀ ਕਿੰਨੀ ਆਏਗੀ? ਇਹਦੀ 4 ਆਏਗੀ। ਤਾਂ ਇਹਨੂੰ ਕਿਸੇ ਨੰਬਰ ਦੇ ਨਾਲ ਮਲਟੀਪਲਾਈ ਕਰ ਦਿਓ। ਮਤਲਬ ਮੈਂ 2 ਦੇ ਨਾਲ ਮਲਟੀਪਲਾਈ ਕਰਤਾ, ਕਿੰਨਾ ਬਣ ਗਿਆ ਜੀ 16 ਐਂਡ
16 ਐਂਡ ਬਣ ਗਿਆ ਇਧਰ 24। ਤਾਂ ਇਹਦੀ GCD ਕਿੰਨੀ ਆਏਗੀ? ਜਦੋਂ ਇਹਦੀ ਚੈੱਕ ਕਰਾਂਗੇ ਤਾਂ 8 ਆਏਗੀ। ਯਾਨੀ ਕਿ ਤੁਸੀਂ ਕੀ ਕਰ ਲਓ, ਮੋਡੂਲਸ ਲੈ ਕੇ ਯਾਨੀ ਕਿ ਇਹਨੂੰ ਮਲਟੀਪਲਾਈ ਕਰ ਸਕਦੇ 2 into GCD ਆਫ, ਯਾਨੀ ਕਿ ਜਿਹੜੇ ਨੰਬਰ ਨਾਲ ਮਲਟੀਪਲਾਈ ਕੀਤਾ ਸੀ 8 ਐਂਡ 12। ਓਕੇ। ਹਾਂਜੀ, ਇਹਦੇ ਤੇ ਇੱਕ ਆਪਣੇ ਕੋਲੇ ਸੋਲੂਸ਼ਨ ਜਿਹੜਾ ਆਪਾਂ ਉਸ ਦਿਨ ਕਰ ਚੁੱਕੇ ਹਾਂ, ਬਟ ਫਿਰ ਵੀ ਮੈਂ ਲਿਖਾ ਦਿੰਦਾ, ਨੋਟ ਕਰ ਲਓ ਜਰਾ। ਇਹ ਲੀਨੀਅਰ ਇਕੁਏਸ਼ਨ ax plus by is equal to c has solution if and only if d ਕੀ ਹੈ ਮੇਰੇ ਕੋਲੇ GCD of a and b d divides c। ਅਗਰ d ਉਹਨੂੰ ਡਿਵਾਈਡ ਕਰਦੇ c ਨੂੰ ਤਾਂ ਮੇਰੇ ਕੋਲ ਕੀ ਹੋਏਗਾ, ਇਹਦਾ ਸੋਲੂਸ਼ਨ ਹੋਏਗਾ। ਅਦਰਵਾਈਜ਼ if d not divide c has no solution। ਠੀਕ ਹੈ, has no solution। ਤਾਂ ਨੰਬਰ ਆਫ ਸੋਲੂਸ਼ਨਸ ਕਿੰਨੇ ਆਉਣਗੇ ਇਹਦੇ? ਇਹ ਵੀ ਆਪਾਂ ਲਿਖ ਚੁੱਕੇ ਜੀ ਉਸ ਦਿਨ। ਨੰਬਰ ਆਫ ਸੋਲੂਸ਼ਨ ਹੋਣਗੇ ਜੀ ਮੇਰੇ ਕੋਲੇ d ਦੇ ਬਰਾਬਰ, ਯਾਨੀ ਕਿ ਜਿੰਨੀ ਮੇਰੇ ਕੋਲੇ GCD ਹੋਏ। ਹਾਂਜੀ, ਚਲਿਏ ਅੱਗੇ। ਤਾਂ ਵੈਸੇ ਤਾਂ ਤੁਹਾਨੂੰ ਜੇ ਸੋਲੂਸ਼ਨ ਫਾਈਂਡ ਕਰਨ ਨੂੰ ਕਹਿ ਦੇ ਤਾਂ ਆਪਾਂ ਸੋਲੂਸ਼ਨ ਫਾਈਂਡ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਕਿਉਂ? ਕਿਉਂਕਿ ਜੋ ਸੋਲੂਸ਼ਨ ਹੋਏ ਉਹ ਆਪਾਂ ਆਪਸ਼ਨ ਦੇ ਵਿੱਚ ਫਿਲ ਕਰਕੇ ਦੇਖ ਲਾਂਗੇ। ਆਪਾਂ ਨੂੰ ਸਿਰਫ ਉਹ ਨੰਬਰ ਆਫ ਸੋਲੂਸ਼ਨ ਹੀ ਇਹਦੇ ਚ ਪੁੱਛ ਲੈਂਦਾ। ਤਾਂ ਫਿਰ ਵੀ ਮੈਂ ਇੱਕ ਕੁਐਸਚਨ ਤੁਹਾਨੂੰ ਕਰਵਾਉਣ ਲੱਗਾ ਇਹਦੇ ਨਾਲ ਦਾ, ਵੀ ਸੋਲੂਸ਼ਨ ਤੁਸੀਂ ਫਾਈਂਡ ਕਿੱਦਾਂ ਕਰਨਾ। ਸਪੋਜ਼ ਕਰ ਲਓ ਤੁਹਾਡੇ ਕੋਲੇ ਕੀ ਆ 72x 172x 20y is equal to 4। ਤਾਂ ਆਪਾਂ ਇਹਨੂੰ ਇਕਲਿਊਡੀਅਨ ਜਿਓਮੈਟਰੀ ਦੇ ਨਾਲ ਕੀ ਕਰਨਾ, ਆਪਾਂ ਇਹਨੂੰ ਸੋਲਵ ਕਰਨਾ। ਤਾਂ ਸਭ ਤੋਂ ਬੜਾ ਕੌਣ ਆ? 172 172 ਨੂੰ 20 ਦੇ ਨਾਲ ਡਿਵਾਈਡ ਕਰਨਾ ਜੀ ਜਸਟ। ਇਹਦੀ ਐਲਗੋਰਿਥਮ ਬਣਾ ਦੇਣੀ ਹੈ। ਦੇਖੋ ਕੀ ਬਣ ਜਾਏਗਾ ਫਿਰ ਤੁਹਾਡੇ ਕੋਲੇ 20 into 8 plus 12। ਆਪਾਂ ਕਰਦੇ ਜਾਂਦੇ ਹਾਂ ਜੀ। ਇਹ ਤੁਹਾਡੇ ਕੋਲੇ ਬਣ ਗਿਆ ਜੀ, ਰਿਮਾਈਂਡਰ ਬਣ ਗਿਆ 12, ਯਾਨੀ ਕਿ ਬਣ ਗਿਆ 160। ਹੁਣ 12 ਉਠਾਇਆ 20 ਨੀਚੇ ਆ ਗਿਆ ਜੀ। ਤਾਂ ਜਦੋਂ 20 ਇੱਧਰ ਲੈ ਆਓ, 12 ਨਾਲ ਡਿਵਾਈਡ ਕੀਤਾ ਤਾਂ ਬਣ ਗਿਆ ਤੁਹਾਡੇ ਕੋਲੇ ਜੀ 12, ਇਹਦਾ ਬਣ ਗਿਆ 1, ਰਿਮਾਈਂਡਰ ਬਚ ਗਿਆ 8, 1 plus 8। ਤਾਂ ਹੁਣ ਕੀ ਕਰਨਾ ਆਪਾਂ, 8 ਨੂੰ ਡਿਵਾਈਡ ਕਰ ਦੇਣਾ 12 ਦੇ ਨਾਲ, 12 ਯਾਨੀ ਕਿ 12 ਨੂੰ ਡਿਵਾਈਡ ਕਰ ਦੇਣਾ 8 ਦੇ ਨਾਲ। ਇਹ ਬਣ ਗਿਆ ਤੁਹਾਡੇ ਕੋਲ 8 ਤੇ 4। ਹੁਣ ਰਿਮਾਈਂਡਰ ਬਚ ਗਿਆ 4। 8 ਇੱਧਰ ਲੈ ਕੇ ਆਓ ਜੀ। ਸੌਰੀ ਜੀ, ਇਹ ਬਣਨਾ ਆਪਾਂ 8 ਮੈਂ ਪਹਿਲੇ ਹੀ ਉਠਾ ਲਿਆ। ਇਹ ਬਣ ਗਿਆ ਮੇਰੇ ਕੋਲ 12 ਇੱਧਰ ਲੈ ਕੇ ਆਂਦਾ ਸਰ 4 ਆਏਗੀ GCD। ਹਾਂਜੀ, GCD 4 ਆਏਗੀ। ਤਾਂ ਆਪਾਂ ਇਹਦੇ ਸੋਲੂਸ਼ਨ ਫਾਈਂਡ ਕਰਨਾ, x ਤੇ y ਦੀ ਵੈਲਿਊ ਕਿੰਨੀ ਆ ਸਕਦੀ ਹੈ ਜੀ, ਉਹ ਵੀ ਆਪਾਂ ਚੈੱਕ ਕਰ ਲੈਣਾ। ਤਾਂ ਦੇਖੋ ਜੀ ਹੁਣ ਅੱਗੇ ਆ ਜਾਏਗਾ 8 ਇੱਧਰ ਆ ਗਿਆ, 4 into 2 plus 0, ਇੱਥੇ ਤੱਕ ਪਹੁੰਚ ਗਏ ਆਪਾਂ ਜੀ। ਤਾਂ ਇਹ ਮੇਰੇ ਕੋਲ ਕੀ ਬਣ ਗਿਆ, ਇਹਦਾ GCD ਬਣ ਗਈ। ਲਾਸਟ ਵਾਲੇ ਰਿਮਾਈਂਡਰ ਜਿਹੜਾ 0 ਤੋਂ ਪਹਿਲਾਂ ਵਾਲਾ। ਤਾਂ ਹੁਣ ਜਿੱਥੇ ਤੁਹਾਡੇ ਕੋਲੇ GCD ਬਣ ਗਈ ਉਹਦੇ ਤੋਂ ਆਪਾਂ ਰਿਵਰਸ ਸੋਲਵ ਕਰਨਾ ਸ਼ੁਰੂ ਕਰ ਦੇਣਾ। ਕਿਉਂ? ਕਿਉਂਕਿ ਦੇਖੋ ਇੱਥੇ ਵੈਲਿਊ ਮੇਰੇ ਕੋਲੇ 4 ਹੈ, ਤਾਂ ਤੁਸੀਂ 4 ਦੀ ਵੈਲਿਊ ਨਿਕਾਲੀ ਤਾਂ 4 ਕਿੰਨਾ ਬਣ ਗਿਆ ਤੁਹਾਡੇ ਕੋਲ? ਦੇਖੋ 12 minus 8 into 1। ਠੀਕ ਹੈ ਜੀ, ਕੀ ਬਣ ਗਿਆ 12 into 8 minus 1। ਹੁਣ ਦੇਖੋ ਹੁਣ ਉੱਪਰ ਵਾਲੇ ਚ ਵੈਲਿਊ ਕਾਹਦੀ ਨਿਕਾਲ ਲੈਣੀ? 8 ਦੀ, ਉਹ ਇਹਦੇ ਚ ਲਿਆ ਕੇ ਫਿਲ ਕਰ ਦੇਣੀ ਆ। ਤਾਂ ਜਦੋਂ 8 ਦੀ ਵੈਲਿਊ ਉੱਪਰ ਵਾਲੇ ਚੋਂ ਲਿਆ ਕੇ ਫਿਲ ਕਰੀ, ਕੀ ਬਣ ਗਿਆ? ਦੇਖੋ 12 ਮਾਈਨਸ ਉਹ ਬਣ ਗਿਆ ਤੁਹਾਡੇ ਕੋਲ 20 minus 12 into 1, ਕਿਉਂਕਿ 1 ਨਾਲ ਮਲਟੀਪਲਾਈ ਹੋ ਰਿਹਾ। ਲਿਖਣਾ ਲਿਖ ਦੋ, ਨਹੀਂ ਤਾਂ ਜ਼ਰੂਰਤ ਨਹੀਂ। ਹੁਣ ਫਿਰ ਉਸ ਤੋਂ ਉੱਪਰ ਚਲੇ ਜਾਓ। ਹੁਣ ਉਸ ਤੋਂ ਉੱਪਰ ਜਾਣ ਦਾ ਮਤਲਬ ਕੀ ਹੈ ਤੁਹਾਡੇ ਕੋਲ? ਇਹਨੂੰ ਸੈੱਟ ਕਰੀਏ ਥੋੜਾ ਜਿਹਾ। ਬਣ ਗਿਆ ਤੁਹਾਡੇ ਕੋਲ 12 minus 20 plus 12। ਤਾਂ ਹੁਣ ਦੇਖੋ 12 ਕਿੰਨੇ ਟਾਈਮ ਬਣ ਗਿਆ? 2 times 12 ਬਣ ਗਿਆ minus 20। ਤਾਂ ਹੁਣ ਕਿਹਦੀ ਵੈਲਿਊ ਆਪਾਂ ਲਿਆ ਕੇ ਚ ਫਿਲ ਕਰ ਸਕਦੇ ਉੱਪਰੋਂ? 12 ਦੀ, ਯਾਨੀ ਕਿ ਰਿਮਾਈਂਡਰ ਦੀ ਵੈਲਿਊ ਉੱਪਰੋਂ ਲਿਆ ਕੇ ਇਹ ਚ ਫਿਲ ਕਰਦੇ ਜਾਣਾ। ਹੁਣ ਦੇਖੋ ਜਦੋਂ ਫਿਲ ਕਰੀ ਕਿੰਨੀ ਬਣ ਗਈ ਉੱਪਰੋਂ ਵੈਲਿਊ ਲਿਆ ਕੇ? 172 minus 20 into 8, ਮਾਈਨਸ ਸਾਈਨ ਐਜ਼ ਇਟ ਇਜ਼ ਤਾਂ 20। ਹੁਣ ਇਹਨੂੰ ਫਰਦਰ ਸੋਲਵ ਕਰ ਦੇਣਾ। ਦੇਖੋ ਜਦੋਂ ਸੋਲਵ ਕਰਿਆ ਕੀ ਬਣ ਜਾਣਾ ਤੁਹਾਡੇ ਕੋਲ? ਲੈਫਟ ਸਾਈਡ ਤੇ 4 ਹੀ ਆ, ਇਹ ਬਣ ਗਿਆ ਤੁਹਾਡੇ ਕੋਲ 172 minus 8 times 20
1 ਮਾਈਨਸ 20 ਇਹ ਆ ਤਾਂ ਟੋਟਲ ਤੁਹਾਡੇ ਸਰ ਕੋਲ ਬਣ ਗਿਆ ਦੇਖੋ ਮਲਟੀਪਲ 1 2 ਕਿੱਥੇ ਗਿਆ? 2 into 2 12 ਲਗਾ ਸੀ ਲਓ ਨਾ? ਹਾਂਜੀ 2 ਰਹਿ ਗਿਆ ਜੀ ਬਾਹਰ, ਇਹ ਬਣ ਗਿਆ 2, ਇਹ ਬਣ ਗਿਆ ਤੁਹਾਡੇ ਕੋਲ ਫਿਰ 16, ਠੀਕ ਹੈ ਜੀ। ਇਹ ਬਣ ਗਿਆ 16, ਇਹ ਬਣ ਗਿਆ ਤੁਹਾਡੇ ਕੋਲ 2 into 172 ਮਾਈਨਸ 16 ਇਹ ਹੈ ਤੇ 1 ਇਹ ਆ ਤਾਂ ਟੋਟਲ ਬਣ ਗਿਆ ਤੁਹਾਡੇ ਕੋਲ 17 into 20। ਦੇਖੋ ਹੁਣ ਆਪਾਂ ਉੱਪਰ ਵਾਲੀ ਇਕੁਏਸ਼ਨ ਦੇ ਨਾਲ ਕੰਪੇਅਰ ਕਰਨਾ, ਕੰਪੇਅਰ ਕਰੋ ਖਾ ਜਰਾ। 172 ਦੇ ਨਾਲ ਕੌਣ ਲੱਗਾ ਹੋਇਆ? x ਲੱਗਾ ਹੋਇਆ ਨਾ ਉੱਪਰ, ਦੇਖੋ ਤਾਂ ਫਿਰ x ਦੀ ਵੈਲਿਊ ਕਿੰਨੀ ਆ ਗਈ 2, ਤੇ 20 ਦੇ ਨਾਲ ਕੌਣ ਲੱਗਾ ਹੋਇਆ? y, ਤਾਂ y ਦੀ ਵੈਲਿਊ ਕਿੰਨੀ ਆ ਗਈ ਤੁਹਾਡੇ ਕੋਲੇ -17, ਠੀਕ ਹੈ ਜੀ। ਇਹ ਤੁਹਾਡੇ ਕੀ ਆ ਗਏ? ਸੋਲੂਸ਼ਨ ਆ ਗਏ। ਤਾਂ ਦੇਖੋ ਜੇ ਪੇਪਰ 'ਚ ਤੁਹਾਨੂੰ ਸੋਲੂਸ਼ਨ ਦਿੱਤੇ ਹੋਏ ਤਾਂ ਆਪਾਂ ਵੈਲਿਊ ਫਿਲ ਕਰਕੇ ਆਪਾਂ ਦੇਖ ਲੈਣੇ ਆ, ਆਪਾਂ ਇੰਨਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ। ਕਲੀਅਰ ਹੈ ਜੀ? ਕਿਸੇ ਨੂੰ ਨਹੀਂ ਪਤਾ ਲੱਗਾ ਤਾਂ ਦੱਸ ਦਿਓ। चलिए आगे जी। आगे एक मिनट, एक दो और क्वेश्चंस ने वो भी देख लिए। लो जी, अगर यही क्वेश्चन ਤੁਹਾਨੂੰ ਮੋਡੂਲਸ ਦੇ ਵਿੱਚ ਆ ਜਾਏ ਤਾਂ ਫਿਰ ਤੁਸੀਂ ਕਿਵੇਂ ਸੋਲਵ ਕਰਨਾ? ਜੀ ਮੋਡੂਲਸ ਦੇ ਵਿੱਚ ਦੇਖੋ ਜਰਾ, ਹਾਂਜੀ फाइंड x, ਹਾਂਜੀ 4x congruent to 2 modulo 50। ਤਾਂ ਬਿਲਕੁਲ ਸੇਮ ਸਟੈਪ ਦੇ ਵਿੱਚ ਆਪਾਂ ਕਰਨਾ। ਹੁਣ ਆਪਾਂ ਇਹਨੂੰ ਕਿਵੇਂ ਲਿਖਾਂਗੇ? 4x plus 15y is equal to ਇਹ ਰਿਮਾਈਂਡਰ ਹੁੰਦਾ ਮੇਰੇ ਕੋਲ, ਰਿਮਾਈਂਡਰ ਕਿੰਨਾ ਆ 2। ਤਾਂ ਜਿਹੜਾ ਪਹਿਲਾਂ ਪ੍ਰੋਸੈਸ ਕਰਿਆ ਸੀ ਬਿਲਕੁਲ ਉਸੇ ਪ੍ਰੋਸੈਸ ਦੇ ਨਾਲ ਆਪਾਂ ਇਹਨੂੰ ਸੋਲਵ ਕਰਨਾ, ਬਿਲਕੁਲ ਉਸੇ ਤਰ੍ਹਾਂ। ਤਾਂ ਹੁਣ ਇਹਨੂੰ ਆਪਾਂ ਕਿਵੇਂ ਲਿਖਾਂਗੇ ਦੇਖੋ, ਤਾਂ ਇਹਨੂੰ ਸੋਲਵ ਕਰ ਦਿਓ ਜਰਾ। 15 is equal to 4 into 3 plus 2, ਇੱਕ ਮਿੰਟ ਜੀ 3, ਇਸ ਤਰ੍ਹਾਂ ਚੱਲੇਗਾ, ਠੀਕ ਹੈ ਜੀ। ਤਾਂ ਇਹ ਅੱਗੇ ਫਰਦਰ ਸੋਲਵ ਕਰਦਾ ਜਾਣਾ। ਦੇਖੋ ਹੁਣ 4 ਆ ਗਿਆ ਤਾਂ 4 ਨੂੰ ਵੀ ਲਿਖਾਂਗੇ 3 into 1 plus 1। ਤਾਂ ਦੇਖੋ ਹੁਣ 1 ਆ ਗਿਆ ਤਾਂ ਕੰਮ ਖਤਮ, 1 ਤੋਂ ਆਪਾਂ ਰਿਵਰਸ ਕਰਨਾ ਸ਼ੁਰੂ ਕਰ ਦੇਣਾ। ਇਹ ਬਣ ਜਾਣਾ ਸੀ ਮੇਰੇ ਕੋਲ 3 into 1 into 3 plus 0। ਇਹ ਮੇਰੇ ਕੋਲ GCD ਕਿੰਨੀ ਆ ਗਈ ਦੇਖੋ 1 ਆ ਗਈ। ਆਪਾਂ ਕੀ ਲਿਖਾਂਗੇ ਇੱਥੋਂ 1 ਦੀ ਵੈਲਿਊ ਨਿਕਾਲਣੀ ਆ। 1 ਕਿੰਨਾ ਬਣ ਗਿਆ ਜੀ? 1 is equal to 4 minus 3 into 1। ਤਾਂ ਉੱਪਰ ਵਾਲੇ ਜੋ ਕਾਹਦੀ ਵੈਲਿਊ ਨਿਕਾਲ ਲੈਣੀ 3 ਦੀ, ਤਾਂ 3 ਦੀ ਫਿਲ ਕਰ ਦੇਣੀ, ਯਾਨੀ ਕਿ ਰਿਮਾਈਂਡਰ ਦੀ ਵੈਲਿਊ ਨਿਕਾਲ ਕੇ ਫਿਲ ਕਰਦੇ ਜਾਣਾ ਜੀ। 4 ਮਾਈਨਸ, ਦੇਖੋ ਜੀ ਕੀ ਬਣ ਗਿਆ ਮੇਰੇ ਕੋਲ 3 ਦੀ ਵੈਲਿਊ ਨਿਕਾਲੀ ਤਾਂ 15 ਮਾਈਨਸ 4 into 3। ਤਾਂ ਦੇਖੋ ਓਵਰਆਲ ਵੈਲਿਊਜ਼ ਕਿੰਨੀਆਂ ਬਣ ਗਈਆਂ? ਇਹ ਬਣ ਗਿਆ 4, ਇਹ ਪਲੱਸ ਦਾ ਬਣ ਗਿਆ, ਯਾਨੀ ਕਿ ਟੋਟਲ ਬਣ ਗਿਆ ਤੁਹਾਡੇ ਕੋਲ 4 into 4 ਮਾਈਨਸ 15। ਤਾਂ ਹੁਣ ਉੱਪਰਲੇ ਨਾਲ ਮੈਚ ਕਰਕੇ ਦੇਖ ਲਓ ਕਿੰਨੀ ਵੈਲਿਊ ਆ ਗਈ ਹੈ। ਤਾਂ x ਦੀ ਵੈਲਿਊ ਤੁਹਾਡੇ ਕੋਲ ਕਿੰਨੀ ਆ ਗਈ ਇੱਥੇ? ਇੱਕ ਮਿੰਟ ਜੀ, ਇਹ ਤਾਂ ਆਪਣੇ ਕੋਲ ਹੋ ਗਿਆ ਇੱਥੇ 1 ਹੋ ਗਿਆ ਨਾ। ਤਾਂ ਆਪਾਂ ਨੂੰ ਕਿੰਨਾ ਚਾਹੀਦਾ ਇੱਥੇ ਉੱਪਰ? ਦੇਖੋ ਧਿਆਨ ਨਾਲ, ਇਹਨਾਂ ਮੈਚ ਕਰਿਆ, ਗੜਬੜ ਹੋ ਗਈ ਤਾਂ ਬਈ ਇੱਕ ਸੈਕਿੰਡ ਰੁਕੋ। ਹਾਂਜੀ, ਤਾਂ ਆਪਾਂ ਨੂੰ ਚਾਹੀਦਾ ਉੱਪਰ 2 ਚਾਹੀਦਾ, ਤੇ ਆਪਾਂ ਨੂੰ ਫਿਰ ਇਹਨਾਂ ਕਿਹਨੂੰ ਮਲਟੀਪਲਾਈ ਕਰਨਾ ਪੈਣਾ? 2 ਦੇ ਨਾਲ ਮਲਟੀਪਲਾਈ ਕਰਨਾ ਪੈਣਾ। ਤੇ ਫਿਰ 2 ਦੇ ਨਾਲ ਮਲਟੀਪਲਾਈ ਕਰਕੇ ਦੇਖੋ ਕਿੰਨਾ ਆ ਰਿਹਾ। ਹੁਣ ਜਦੋਂ 2 ਦੇ ਨਾਲ ਮਲਟੀਪਲਾਈ ਕੀਤਾ ਬਣੇਗਾ 2 8 into 4 minus 2 into 15। ਤਾਂ ਹੁਣ ਮੈਚ ਕਰਕੇ ਦੇਖੋ ਕਿੰਨਾ ਆਨਸਰ ਆ ਰਿਹਾ। ਤਾਂ x ਦੀ ਵੈਲਿਊ ਤੁਹਾਡੇ ਕੋਲ ਆ ਗਈ 8, ਤਾਂ y ਦੀ ਵੈਲਿਊ ਤੁਹਾਡੇ ਕੋਲ ਕਿੰਨੀ ਆ ਗਈ -2। ਥੋੜਾ ਜਿਹਾ ਇਸ ਗੱਲ ਦਾ ਧਿਆਨ ਰੱਖਣਾ, ਠੀਕ ਹੈ ਜੀ। ਵੈਸੇ ਅਗਰ ਤੁਹਾਨੂੰ ਕੋਈ ਸੋਲੂਸ਼ਨ ਦਿੱਤਾ ਹੋਇਆ ਤਾਂ ਤੁਹਾਨੂੰ ਜ਼ਰੂਰਤ ਨਹੀਂ। ਤਾਂ ਇੱਕ ਤਰੀਕਾ ਇਹਦਾ ਹਿੱਟ ਐਂਡ ਟ੍ਰਾਇਲ ਮੈਥਡ ਵੀ ਕੀ ਆ ਉਹ ਵੀ ਨੋਟ ਕਰ ਲਓ। ਸਪੋਜ਼ ਕਰੋ ਆਪਣੇ ਕੋਲ ਇਹ ਇਕੁਏਸ਼ਨ ਆ ਕੀ ਆ 4x congruent to 2 modulo 15। ਤਾਂ ਤੁਸੀਂ ਕੀ ਕਰਨਾ, ਇਹਦਾ ਮਤਲਬ 15 ਨਾ, 15 ਤੋਂ ਮਤਲਬ ਇਹਦੀਆਂ ਆਪਣੇ ਕੋਲ ਵੈਲਿਊ ਕਿੱਥੋਂ ਲੈ ਕੇ ਹੋਣਗੀਆਂ 0 ਤੋਂ ਲੈ ਕੇ 14 ਤੱਕ ਹੋਣਗੀਆਂ ਮੋਡੂਲੋ ਦੇ ਵਿੱਚ। ਤਾਂ ਆਪਾਂ ਇਹਦੇ ਚ ਵੈਲਿਊ ਫਿਲ ਕਰਕੇ ਦੇਖ ਲੈਣੇ ਵੀ ਕਿਹਦੇ ਤੇ ਰਿਮਾਈਂਡਰ 2 ਬਚਦਾ। ਦੇਖੋ ਜਦੋਂ ਮੈਂ 0 ਫਿਲ ਕੀਤਾ ਤਾਂ ਰਿਮਾਈਂਡਰ ਕਿੰਨਾ ਬਚੇਗਾ? 0 ਹੀ ਬਚੇਗਾ। ਜਦੋਂ ਮੈਂ 1 ਫਿਲ ਕੀਤਾ ਤਾਂ ਰਿਮਾਈਂਡਰ ਕਿੰਨਾ ਬਚੇਗਾ? ਯਾਨੀ ਕਿ 4 into 1। 4 ਨੂੰ ਮੈਂ 15 ਤੇ ਡਿਵਾਈਡ ਕੀਤਾ ਤਾਂ ਰਿਮਾਈਂਡਰ 4 ਹੀ ਬਚੇਗਾ, ਯਾਨੀ ਕਿ 1 ਵੀ ਨਹੀਂ ਹੋਏਗਾ। ਫਿਰ 2 ਜਦੋਂ ਫਿਲ ਕੀਤਾ 8 ਦਾ ਕਿੰਨਾ ਬਚ ਜਾਏਗਾ? ਉਹ ਵੀ 8 ਹੀ ਬਚ ਜਾਣਾ।
फिर 3 फिल किया तो 12 बन गया, 12 का 12 बच जाना। 4 फिल किया तो मेरे को कितना बन जाना इन्हें, देखो 16 बन गया। 16 ਨੂੰ मैं 15 ਤੇ ਡਿਵਾਈਡ ਕੀਤਾ ਤਾਂ ਰਿਮਾਈਂਡਰ ਕਿੰਨਾ ਬਚ ਗਿਆ, 1 ਬਚ ਗਿਆ। ਤਾਂ ਮਤਲਬ ਇਹ ਮੇਰਾ ਆਨਸਰ ਨਹੀਂ ਆ ਰਿਹਾ, ਤਾਂ ਮੈਂ ਉਹਨਾਂ ਚਿਰ ਵੈਲਿਊ ਫਿਲ ਕਰਦੇ ਜਾਣਾ ਜਿੰਨਾ ਚਿਰ ਮੇਰੇ ਕੋਲ ਰਿਮਾਈਂਡਰ 2 ਨਹੀਂ ਆਉਂਦਾ। ਦੇਖੋ ਆਨਸਰ ਆਇਆ 8 ਨਾ, 8 ਫਿਲ ਕਰਕੇ ਦੇਖੋ ਇਹਦੇ ਚ 8 into 4 ਕਿੰਨਾ ਬਣ ਗਿਆ ਤੁਹਾਡੇ ਕੋਲ 32। ਤਾਂ 32 ਨੂੰ ਜਦੋਂ ਤੁਸੀਂ ਡਿਵਾਈਡ ਕਰਿਆ ਕਾਦੇ ਨਾਲ, 15 ਦੇ ਨਾਲ, ਤਾਂ ਦੇਖੋ ਹੁਣ 30 ਤਾਂ ਰਿਮਾਈਂਡਰ ਕਿੰਨਾ ਬਚ ਗਿਆ 2। ਤਾਂ ਰਿਮਾਈਂਡਰ ਮੈਨੂੰ ਕਿੰਨਾ ਚਾਹੀਦਾ, 2 ਹੀ ਚਾਹੀਦਾ ਸੀਗਾ। ਕਲੀਅਰ ਹੈ ਜੀ, ਇਹ ਆਪਾਂ ਹਿੱਟ ਐਂਡ ਟ੍ਰਾਇਲ ਮੈਥਡ ਦੇ ਨਾਲ ਕਰ ਸਕਦੇ ਹਾਂ। ਵੈਸੇ ਤੁਹਾਨੂੰ ਸੋਲੂਸ਼ਨ ਦਿੱਤੇ ਹੋਣਗੇ ਤਾਂ ਆਪਾਂ ਕੀ ਜਸਟ ਆਪਸ਼ਨ ਦੇ ਵਿੱਚੋਂ ਉੱਥੋਂ ਫਿਲ ਕਰਕੇ ਦੇਖ ਲੈਣਾ। ਚਲਿਏ ਅੱਗੇ, ਜੇ ਕਿਸੇ ਨੂੰ ਹਜੇ ਵੀ ਨਹੀਂ ਪਤਾ ਲੱਗਾ ਤਾਂ ਦੱਸ। ਹਾਂਜੀ, ਇੱਕ ਇਹਦੇ ਚ ਆਪਣੇ ਕੋਲੇ ਚਾਈਨੀਜ਼ ਨੇ। ਹਾਂਜੀ ਵਾਲਾ ਮੈਥਡ ਇੱਕ ਵਾਰੀ ਇਹ ਦੱਸਿਓ, ਫਿਰ ਹਿੱਟ ਐਂਡ ਟ੍ਰਾਇਲ ਕਿਵੇਂ ਕੀਤਾ। ਸਿਰਫ ਵੈਲਿਊ ਫਿਲ ਕਰਕੇ ਦੇਖ ਲੈਣੀ ਹੈ ਜੀ ਆਪਾਂ। ਸਪੋਜ਼ ਕਰੋ ਮੇਰੇ ਕੋਲ ਕੀ ਸੀ 4 ਤੇ x, ਰਿਮਾਈਂਡਰ ਕਿੰਨਾ ਬਚਦਾ ਮੇਰੇ ਕੋਲ 2 ਬਚਦਾ। ਤਾਂ ਤੁਸੀਂ 15 ਤੋਂ ਛੋਟੀਆਂ ਛੋਟੀਆਂ ਵੈਲਿਊ ਸਾਰੀਆਂ ਫਿਲ ਕਰਕੇ ਦੇਖ ਲਓ ਫਟਾਫਟ ਕਿੱਥੇ ਰਿਮਾਈਂਡਰ 2 ਬਚਦਾ। ਹੁਣ ਆਪਣੇ ਕੋਲ 8 ਆਨਸਰ ਆਇਆ ਸੀ ਆਪਾਂ ਸੋਲਵ ਕਰਕੇ, ਤਾਂ 8 ਫਿਲ ਕਰਨਾ ਸੀ ਇੱਥੇ। ਦੇਖੋ 4 into 8 ਤਾਂ ਕਿੰਨਾ ਬਣ ਜਾਣਾ, ਦੇਖੋ 32। 32 ਨੂੰ ਜਦੋਂ 15 ਤੇ ਡਿਵਾਈਡ ਕੀਤਾ ਕਿੰਨਾ ਬਚ ਗਿਆ ਜੀ, 2 ਬਸ। ਇਹ ਮੇਰਾ ਆਨਸਰ ਆ ਗਿਆ। ਕਲੀਅਰ ਹੈ ਜੀ। ਵੈਸੇ ਤੁਹਾਨੂੰ ਥੱਲੇ ਜਦੋਂ ਇਦਾਂ ਦਾ ਕੁਐਸਚਨ ਆਇਆ ਤਾਂ ਉਹ ਤੁਹਾਨੂੰ ਆਪਸ਼ਨ ਦੇ ਵਿੱਚ ਦੇਗਾ ਵੀ x ਦੀ ਵੈਲਿਊ ਕਿੰਨੀ ਹੈ, ਸੋਲੂਸ਼ਨ ਮਤਲਬ 8 ਆ 4 ਆ 6 ਆ, ਉਹ ਆਪਾਂ ਫਿਲ ਕਰਕੇ ਦੇਖ ਲੈਣਾ। ਠੀਕ ਹੈ ਜੀ, ਕਿਉਂਕਿ ਆਪਸ਼ਨ ਦੇ ਵਿੱਚ ਆਪਾਂ ਨੂੰ ਆਨਸਰ ਤਾਂ ਦਿੱਤੇ ਹੀ ਹੋਣਗੇ ਨਾ। ਤਾਂ ਚਾਈਨੀਜ਼ ਰਿਮਾਈਂਡਰ ਥਿਊਰਮ ਜਿਹੜੀ ਇਹਦੇ ਚ ਇੰਪੋਰਟੈਂਟ ਆ, ਬਾਕੀ ਸੀਗੀ ਉਹ ਵੀ ਨੋਟ ਕਰ ਲਓ ਜਨਾ। ਹਾਂਜੀ, ਚਾਈਨੀਜ਼ ਰਿਮਾਈਂਡਰ ਥਿਊਰਮ। ਹਾਂਜੀ, ਸਟੇਟਮੈਂਟ ਲਿਖ ਲਓ ਪਹਿਲਾਂ ਤਾਂ ਇਹਦੀ। let m1 m2 and so on mn are positive integer and ਇਹਨਾਂ ਸਾਰਿਆਂ ਦੀ GCD ਕਿੰਨੀ ਹੈ ਮੇਰੇ ਕੋਲ, ਉਹ ਵੀ ਨੋਟ ਕਰ ਲਓ। GCD ਜਦੋਂ ਵੀ ਤੁਸੀਂ ਆਪਸ ਚ ਚੈੱਕ ਕਰਦੇ ਹੋ ਕਿਸੇ ਵੀ ਦੋ ਨੰਬਰ ਦੀ, ਤਾਂ ਹਮੇਸ਼ਾ ਤੁਹਾਡੇ ਕੋਲ ਕਿੰਨੀ ਆ 1। ਕਦੋਂ, ਨਾਲ ਇਹ ਵੀ ਕੰਡੀਸ਼ਨ ਆ ਆਪਸ ਦੇ ਵਿੱਚ ਦੋਨੋਂ ਇਕੁਅਲ ਨਹੀਂ ਗੇ i ਤੇ j, ਮਤਲਬ ਦੋ ਅਲੱਗ-ਅਲੱਗ ਡਿਫਰੈਂਟ ਨੰਬਰ ਦੀ ਤੁਸੀਂ ਚੈੱਕ ਕਰਦੇ ਹੋ। ਦੈਨ ਮੇਰੇ ਕੋਲ ਕੀ ਆ x congruent to a1 mod m1, x congruent to a2 mod m2, थर्ड है मेरे को x congruent to a3 mod m3। यानी कि ये प्रोसेस चलता जाएगा। x ਨੂੰ ਮਤਲਬ m1 ਨਾਲ ਡਿਵਾਈਡ ਕੀਤਾ ਰਿਮਾਈਂਡਰ ਬਣ ਗਿਆ 1, x ਨੂੰ m2 ਦੇ ਨਾਲ ਡਿਵਾਈਡ ਕੀਤਾ ਰਿਮਾਈਂਡਰ ਬਚ ਗਿਆ ਮੇਰੇ ਕੋਲ a2 ਐਂਡ ਲਾਸਟ ਵਾਲੇ x ਨੂੰ ਮੈਂ ਜਦੋਂ ਡਿਵਾਈਡ ਕੀਤਾ, ਹਾਂਜੀ ਇਹ ਚੈੱਕ ਕਰ ਲਈ ਇੱਥੇ an ਲਿਖ ਦਿੰਦੇ ਆਪਾਂ ਫਿਰ an, ਤਾਂ ਮੋਡੂਲਸ ਕਿੰਨਾ ਜਿਹੜਾ m n ਦੇ ਨਾਲ ਡਿਵਾਈਡ ਕੀਤਾ ਤਾਂ ਬਣ ਗਿਆ ਮੇਰੇ ਕੋਲ n। ਇਹਦਾ ਯੂਨੀਕ ਸੋਲੂਸ਼ਨ ਹੋਏਗਾ ਸਾਰਿਆਂ ਦਾ, ਹੈਜ਼ ਏ ਯੂਨੀਕ ਸੋਲੂਸ਼ਨ। ਹਾਂਜੀ, ਇਨ congruent ਮੋਡਲੋ, ਜਾਨੀ ਕਿ ਸਾਰਿਆਂ ਨੂੰ ਜਦੋਂ ਆਪਾਂ ਮਲਟੀਪਲਾਈ ਕਰ ਦਿੰਦੇ ਆ, ਮੋਡਲੋ m1 into m2 so on, ਲਾਸਟ ਵਾਲਾ ਹੈਗਾ ਮੇਰੇ ਕੋਲ mn। ਹਾਂਜੀ, ਤਾਂ ਕਿਵੇਂ ਹੋਏਗਾ ਉਹ ਵੀ ਆਪਾਂ ਚੈੱਕ ਕਰਦੇ ਆ, ਨਾਲ ਨਾਲ ਨੋਟ ਕਰਦੇ ਆ ਨਾ। ਤਾਂ x ਦੀ ਵੈਲਿਊ ਕਿੰਨੀ ਆਏਗੀ ਉਹ ਵੀ ਨੋਟ ਕਰ ਲਓ, x is equal to a1 into m1 ਨਾਲ m1 ਦਾ ਉੱਪਰ -1। ਸਮ ਵੀ ਮੈਂ ਕਰਕੇ ਦਿਖਾਉਣਾ ਤਾਂ ਕਿ ਤੁਹਾਨੂੰ ਸਾਰਾ ਪਤਾ ਲੱਗ ਜਾਏ। ਫਿਰ ਅੱਗੇ ਤੁਹਾਡੇ ਕੋਲ ਕੀ ਆ a2 m2 ਦਾ ਇਨਵਰਸ ਐਂਡ ਸੋ ਔਨ, ਇਹ ਪ੍ਰੋਸੈਸ ਚੱਲਦਾ ਜਾਏਗਾ ਲਾਸਟ ਵਾਲੇ ਤੱਕ। ਲਾਸਟ ਵਾਲਾ ਕੀ ਹੈ ਮੇਰੇ ਕੋਲੇ, ਉਹ ਹੋਏਗਾ ਮੇਰੇ ਕੋਲੇ an ਕੈਪੀਟਲ mn। ਦੇਖੋ ਪਹਿਲਾਂ ਸਮਾਲ ਸੀ, ਇਹ ਕੈਪੀਟਲ ਲਿਖਦਾ ਪਿਆ ਮੈਂ ਤਾਂ ਕਿ ਤੁਹਾਨੂੰ ਦੋਨੋਂ ਅਲੱਗ-ਅਲੱਗ ਤੁਹਾਨੂੰ ਪਤਾ ਲੱਗ ਸਕੇ।
ਠੀਕ ਹੈ ਜੀ। ਨਾਲ ਕੀ ਹੈ ਮੇਰੇ ਕੋਲੇ ਮੋਡਲੋ, ਇਹਦੇ ਨਾਲ mn, ਤੇ ਇਹ ਸਾਰਿਆਂ ਦੇ ਨਾਲ ਵੀ ਇੱਥੇ ਲਿਖ ਲਓ ਨਾਲ ਮੋਡਲੋ m1, ਇੱਥੇ ਲਿਖਣਾ ਮੋਡਲੋ m2, ਠੀਕ ਹੈ। ਅੱਗੇ ਹੋਇਆ ਤਾਂ ਨਾਲ ਕੀ ਲਿਖ ਲੈਣਾ ਉਹਦਾ ਮੋਡਲੋ m3। ਤਾਂ ਹੁਣ ਮੇਰੇ ਕੋਲੇ m ਕੀ ਹੈ ਉਹ ਵੀ ਨੋਟ ਕਰ ਲਓ, ਇੱਥੇ ਥੱਲੇ ਲਿਖਣ ਦੀ ਬਜਾਏ ਮੈਂ ਉੱਪਰ ਲਿਖ ਦੇਣਾ। ਤਾਂ ਮੇਰੇ ਕੋਲੇ mi ਦੀ ਵੈਲਿਊ ਕੀ ਆ m upon mi, m upon mi। ਤਾਂ ਕੈਪੀਟਲ ਜਿਹੜਾ m ਉਹ ਕੀ ਸਾਰਿਆਂ ਨੂੰ ਮਲਟੀਪਲਾਈ ਕਰਕੇ ਬਣੇਗਾ ਮੇਰੇ ਕੋਲੇ, ਯਾਨੀ ਕਿ m1 m2 and so on mn। ਕਲੀਅਰ ਹੈ ਜੀ। ਤਾਂ ਇਹਦੇ ਨਾਲ ਦਾ ਕੁਐਸਚਨ ਕਰਦੇ ਆ, ਤੁਹਾਨੂੰ ਥੋੜਾ ਜਿਹਾ ਜ਼ਿਆਦਾ ਕਲੀਅਰ ਹੋਏਗਾ। ਹਾਂਜੀ ਚਲਿਏ ਜੀ, ਕਿਸ ਨਹੀਂ ਪਤਾ ਲੱਗਾ ਦੱਸ ਦਿਓ। ਸਟੇਟਮੈਂਟ ਕਲੀਅਰ ਹੈ ਜਿਹੜੀ ਲਿਖੀ ਆ, ਨੋਟ ਕਰ ਲਓ ਤਾਂ ਕਿ ਆਪਾਂ ਅੱਗੇ ਇਹਦੇ ਨਾਲ ਦਾ ਕੁਐਸਚਨ ਕਰ ਸਕੀਏ। ਕੁਐਸਚਨ ਦੇਖੋ ਇਹਦੇ ਨਾਲ ਦਾ ਪਹਿਲਾ, ਵੈਸੇ ਤਾਂ ਤੁਹਾਨੂੰ ਸੋਲੂਸ਼ਨ ਜੇ ਆਪਸ਼ਨ ਦੇ ਵਿੱਚ ਵੀ ਸੋਲੂਸ਼ਨ ਦਿੱਤਾ ਹੋਇਆ ਤਾਂ ਸੋਲੂਸ਼ਨ ਆਪਸ਼ਨ ਦੇ ਵਿੱਚ ਉਹਨੂੰ ਦੇਣਾ ਹੀ ਪੈਣਾ ਹੈ, ਕਿਉਂਕਿ x ਦੀ ਵੈਲਿਊ ਫਾਈਂਡ ਕਰਨੀ। ਤਾਂ ਆਪਾਂ ਉਹ x ਦੀ ਵੈਲਿਊ ਤੁਹਾਡੇ ਕੋਲ ਜਿੰਨੀਆਂ ਵੀ ਕੁਐਸਚਨਸ ਹੋਈਆਂ ਉਹ ਚ ਫਿਲ ਕਰ ਲੈਣੀ ਹੈ। ਅਗਰ ਵੈਸੇ ਆਪਾਂ ਸੋਲਵ ਕਰਨਾ ਤਾਂ ਇੱਕ ਕੁਐਸਚਨ ਆਪਾਂ ਜ਼ਰੂਰ ਕਰਦੇ ਹਾਂ ਇਹਦਾ। ਹਾਂਜੀ, ਫਾਈਂਡ x if, ਹਾਂਜੀ x ਦਾ ਜਦੋਂ ਮੈਂ ਮੋਡਲੋ 5 ਦੇ ਨਾਲ ਚੈੱਕ ਕਰਦਾ ਤਾਂ ਰਿਮਾਈਂਡਰ 1 ਆਉਂਦਾ। ਜਦੋਂ ਮੈਂ x ਦਾ ਮੋਡਲੋ 4 ਦੇ ਨਾਲ ਚੈੱਕ ਕਰਦਾ ਤਾਂ ਮੈਂ ਉਹ ਮੇਰੇ ਕੋਲ ਕਿੰਨਾ ਆਉਂਦਾ 2 ਆਉਂਦਾ। ਤੇ ਜਦੋਂ ਮੈਂ x ਦਾ ਰਿਮਾਈਂਡਰ ਮੋਡਲੋ, ਇੱਕ ਮਿੰਟ ਜੀ ਉੱਪਰ 3 ਕਰਿਓ ਜੀ, ਜਿਹੜਾ 3 ਤੋਂ ਸਟਾਰਟ ਹੁੰਦਾ 3 4 5 ਹੈ ਜੀ, 3 ਨਾ 4 ਨਾ ਤੇ 5 ਨਾ। ਜਦੋਂ ਮੋਡਲਸ 5 ਨਾਲ ਚੈੱਕ ਕਰਦਾ ਤਾਂ ਰਿਮਾਈਂਡਰ ਮੇਰੇ ਕੋਲ ਕਿੰਨਾ ਆਉਂਦਾ 3, ਕਿਉਂਕਿ ਮੈਂ ਇਦਾਂ ਦੀ x ਦੀ ਵੈਲਿਊ ਫਾਈਂਡ ਕਰਨੀ। ਤਾਂ ਜੇ ਤਾਂ ਆਪਣੇ ਕੋਲੇ ਸਿੱਧੀ ਵੈਲਿਊ ਆਪਾਂ ਫਾਈਂਡ ਕਰ ਲਈ ਤਾਂ ਵੈਲ ਐਂਡ ਗੁੱਡ ਆ, ਨਹੀਂ ਤਾਂ ਆਪਾਂ ਕਰਨਾ ਇਹਨੂੰ ਹੁਣ ਜਿਹੜਾ ਮੈਥਡ ਕਰਿਆ ਉਹਦੇ ਨਾਲ ਕਰਨਾ। ਦੇਖੋ a1 ਦੀ ਵੈਲਿਊ ਤੁਹਾਡੇ ਕੋਲ ਕਿੰਨੀ ਆ ਗਈ ਇਹਦੇ ਅਕੋਰਡਿੰਗ 1, a2 ਦੀ ਵੈਲਿਊ ਤੁਹਾਡੇ ਕੋਲ ਕਿੰਨੀ ਆ ਗਈ 2, a3 ਦੀ ਵੈਲਿਊ ਤੁਹਾਡੇ ਕੋਲ ਕਿੰਨੀ ਆ ਗਈ 3। ਤਾਂ ਸਿਮਿਲਰ ਮੇਰੇ ਕੋਲ m1 ਦੀ ਵੈਲਿਊ ਕਿੰਨੀ ਆ ਗਈ ਮੇਰੇ ਕੋਲ 3, m2 ਦੀ ਵੈਲਿਊ ਕਿੰਨੀ ਆ ਗਈ ਮੇਰੇ ਕੋਲ ਦੇਖੋ 4, ਤੇ m3 ਦੀ ਵੈਲਿਊ ਕਿੰਨੀ ਆ ਗਈ 5। ਤਾਂ ਦੇਖੋ ਸਾਰਿਆਂ ਦੀ GCD ਆਪਸ ਦੇ ਵਿੱਚ 1 1 ਹੀ ਆ, ਜਿਹਦੀ ਮਰਜ਼ੀ ਚੈੱਕ ਕਰ ਲਓ, ਜਿਹੜੇ ਮਰਜ਼ੀ ਪੇਅਰ ਦੀ। ਠੀਕ ਹੈ ਜੀ, ਭਲਾ ਇਹਦੀ ਚੈੱਕ ਕਰ ਲਓ, ਸਾਰਿਆਂ ਦੀ GCD ਤੁਹਾਡੇ ਕੋਲ ਕਿੰਨੀ ਆ ਰਹੀ ਆ 1 ਹੀ ਆ ਰਹੀ ਹੈ, ਜਿਹਦਾ ਮਰਜ਼ੀ ਚੈੱਕ ਕਰ ਲਓ। ਯਾਨੀ ਕਿ mi ਤੇ mj ਦੀ ਵੈਲਿਊ GCD 1 ਆ ਰਹੀ ਹੈ, ਯਾਨੀ ਕਿ ਮੈਂ ਇਹਨੂੰ ਅੱਗੇ ਅਪਲਾਈ ਫਰਦਰ ਕਰ ਸਕਦਾ ਜੀ। ਹੁਣ ਦੇਖੋ, ਤਾਂ ਮੈਂ ਹੁਣ ਥੋੜੀ ਦੇਰ ਪਹਿਲਾਂ ਲਿਖਿਆ ਸੀ ਇੱਕ m ਫਾਈਂਡ ਕਰਨਾ, ਤਾਂ ਕੈਪੀਟਲ M ਕੀ ਹੋਏਗਾ ਸਾਰੀਆਂ mi's ਨੂੰ ਮਲਟੀਪਲਾਈ ਕਰ ਦਿਓ, ਯਾਨੀ ਕਿ 3 into 4 into 5, ਇਹ ਬਣ ਗਿਆ ਮੇਰੇ ਕੋਲ ਕੈਪੀਟਲ M। ਤਾਂ ਹੁਣ ਮੈਂ mi ਫਾਈਂਡ ਕਰਨਾ, ਤੇ mi ਫਾਈਂਡ ਕਿਵੇਂ ਕਰਾਂਗੇ ਜੀ, mi ਕਿਹਦੇ ਬਰਾਬਰ ਸੀ ਕੈਪੀਟਲ M ਅਪੋਨ ਸਮਾਲ mi। ਤਾਂ ਹੁਣ ਦੇਖੋ ਤੁਸੀਂ m1 ਫਾਈਂਡ ਕਰਨਾ ਹੋਇਆ ਤਾਂ ਕਿਵੇਂ ਬਣੇਗਾ ਤੁਹਾਡੇ ਕੋਲੇ m1 is equal to ਕੈਪੀਟਲ M ਦੀ ਵੈਲਿਊ ਕਿੰਨੀ ਹੈ ਜੀ 3 4 ਤੇ 5, ਤਾਂ ਸਮਾਲ m1 ਦੀ ਵੈਲਿਊ 3, ਤਾਂ ਕਿੰਨਾ ਬਚ ਗਿਆ ਤੁਹਾਡੇ ਕੋਲੇ 20। ਸਿਮਿਲਰ ਤੁਸੀਂ m2 ਫਾਈਂਡ ਕਰਨਾ, m2 ਫਾਈਂਡ ਕਰਨਾ ਮਤਲਬ ਕੀ ਆ ਜਿਹੜਾ m ਸਮਾਲ m2 ਛੱਡ ਦਿਓ, ਬਾਕੀ ਦੋਨੋਂ ਗੁਣਾ ਕਰ ਦਿਓ ਭਾਵੇਂ। ਯਾਨੀ ਕਿ ਤੁਹਾਡੇ ਕੋਲ ਕਿੰਨਾ ਆ ਗਿਆ ਦੇਖੋ 3 4 ਤੇ 5 ਡਿਵਾਈਡ ਕਰਾਂਗੇ 4 ਦੇ ਨਾਲ, ਦੇਖੋ ਦੋਨੋਂ ਕਟਿੰਗ ਹੋ ਗਈ ਤਾਂ 15। ਯਾਨੀ ਕਿ ਜਿਹੜਾ m2 ਫਾਈਂਡ ਕਰਦੇ ਆ ਸਮਾਲ ਵਾਲਾ ਛੱਡ ਕੇ ਬਾਕੀ ਦੋਨਾਂ ਨੂੰ ਗੁਣਾ ਹੋ ਰਹੀ, ਦੇਖੋ 3 into 5 15। ਤਾਂ ਸਿਮਿਲਰ m3 ਫਾਈਂਡ ਕਰ ਦਿਓ, ਤਾਂ m3 ਕੀ ਹੋਏਗਾ m3 ਨੂੰ ਛੱਡ ਕੇ ਬਾਕੀ ਦੋਨੋਂ ਮਲਟੀਪਲਾਈ ਕਰ ਦਿਓ, ਯਾਨੀ ਕਿ 12 ਬਣ ਜਾਏਗਾ। ਕਲੀਅਰ ਹੈ ਜੀ। ਤਾਂ ਹੁਣ ਜਿਹੜੀ ਮੈਂ ਇਕੁਏਸ਼ਨ ਲਿਖੀ ਸੀ x ਵਾਲੀ ਉਹਦੇ ਚ ਆਪਾਂ ਵੈਲਿਊ ਫਿਲ ਕਰਨੀ ਹੈ ਜਸਟ। ਤਾਂ ਦੇਖੋ ਕਰਕੇ ਵੈਲਿਊ ਫਿਲ ਕੀ ਬਣਦਾ ਤੁਹਾਡੇ ਕੋਲ, ਹਾਂਜੀ ਕਰੀਏ ਜਰਾ। ਤਾਂ ਇਹਨਾਂ ਨੋਟ ਹੈ, ਨੈਕਸਟ ਪੇਜ ਤੇ ਚੱਲਦੇ ਆਪਾਂ। ਤਾਂ x ਕੀ ਬਣੇਗਾ ਤੁਹਾਡੇ ਕੋਲ ਦੇਖੋ 1 into 20 into 20 ਦਾ ਇਨਵਰਸ, ਇਹ ਮੈਂ a1 ਲਿਖ ਦਿੱਤਾ ਪਹਿਲੇ ਵਾਲਾ। ਫਿਰ ਅਗਲਾ ਬਣ ਜਾਏਗਾ ਤੁਹਾਡੇ ਕੋਲੇ ਨਾਲ ਇਹਦੇ ਲਿਖਣਾ ਸੀ ਮੋਡਲੋ, ਇਹਨਾਂ ਦਾ ਮੋਡਲੋ ਕਿੰਨਾ ਲਿਖਾਂਗੇ ਆਪਾਂ 3 ਪਲੱਸ ਅੱਗੇ ਚੱਲੇਗਾ ਮੇਰੇ ਕੋਲ ਜੀ 2 into 15 ਆਇਆ ਸੀ into 15 ਦਾ ਇਨਵਰਸ, ਤਾਂ ਕੀ ਬਣੇਗਾ ਤੁਹਾਡੇ ਕੋਲੇ ਮੋਡਲੋ 4। ਤਾਂ ਲਾਸਟ ਵਾਲਾ ਮੇਰੇ ਕੋਲ ਕਿੰਨਾ ਬਣ ਜਾਣਾ ਜੀ ਇਹ ਪਲੱਸ 3 into
12 into 12 ਇਨਵਰਸ ਮੋਡਲੋ 5। ਜਸਟ ਇਹਨੂੰ ਸੋਲਵ ਕਰਨਾ। ਹੁਣ ਸੋਲਵ ਕਿਵੇਂ ਕਰਨਾ ਦੇਖੋ 1 into 20 ਤਾਂ 20 ਰਹਿ ਗਿਆ। ਵੈਸੇ ਇੱਕ ਚੀਜ਼ ਹੋਰ ਨਾਲ ਦੀ ਨਾਲ ਹੀ ਭਾਵੇਂ ਕਰਦੇ ਚਲੋ। ਦੇਖੋ 20 ਨੂੰ ਤੁਸੀਂ 3 ਦੇ ਨਾਲ ਡਿਵਾਈਡ ਕਰੋਗੇ ਤਾਂ ਰਿਮਾਈਂਡਰ ਕਿੰਨਾ ਬਚੇਗਾ ਬਸ ਇਹ ਦੱਸ ਦਿਓ। 2 ਹਾਂਜੀ 2 ਬਚੇਗਾ ਜੀ। ਜੇ ਉਦਾਂ ਕਰਨਾ ਤਾਂ ਉਦਾਂ ਕਰ ਦਿਓ, ਨਹੀਂ ਤਾਂ ਇਹਨੂੰ ਰੋਕ ਲਓ ਕਿਉਂਕਿ ਇਹ ਮਾਡਲ ਕੱਲਾ ਕਿਹਦੇ ਨਾਲ ਆਪਾਂ ਇੱਕ ਵਾਰ ਚੈੱਕ ਕਰਨਾ ਹੁੰਦਾ। ਵੈਸੇ ਤਾਂ ਇਹਦੇ ਨਾਲ ਹੀ ਚੈੱਕ ਕਰਨਾ ਹੁੰਦਾ, ਤੁਸੀਂ ਇਹਦੇ ਨਾਲ ਹੀ ਕਰ ਲਓ। ਇਹ ਦੇਖੋ ਤੁਹਾਡੇ ਕੋਲ ਕੀ ਬਣ ਗਿਆ 20। ਹੁਣ ਇਸ 20 ਨੂੰ ਇਹਦੇ ਨਾਲ ਡਿਵਾਈਡ ਕਰਿਆ ਤਾਂ ਕਿੰਨਾ ਬਚ ਗਿਆ ਤੁਹਾਡੇ ਕੋਲ 2 ਬਚ ਗਿਆ 2 ਦੀ ਪਾਵਰ -1 ਤਾਂ ਇਹ ਬਣ ਗਿਆ ਤੁਹਾਡੇ ਕੋਲੇ ਮੋਡੂਲਸ 3। ਤਾਂ ਨੈਕਸਟ ਵਾਲੇ ਕੋਲ ਚੱਲਦੇ ਹਾਂ ਜੀ। ਨਾਲ ਤੁਹਾਡੇ ਕੋਲੇ ਕੀ ਆ ਇਹ 2 into 3 13 ਹੋ ਗਿਆ। ਇਹ 15 ਨੂੰ 4 ਤੇ ਡਿਵਾਈਡ ਕਰਿਆ ਤਾਂ ਕਿੰਨਾ ਬਚ ਗਿਆ ਤੁਹਾਡੇ ਕੋਲੇ 15 ਨੂੰ ਕਰਨਾ ਸੀ ਯਾਨੀ ਕਿ 3 ਇਨਵਰਸ 3 ਤਾਂ ਨਾਲ ਮੇਰੇ ਕੋਲ ਕਿੰਨਾ mod 4 ਤੇ ਲਾਸਟ ਤੇ ਚੱਲਦੇ ਹਾਂ ਜੀ 3 ਤੇ 12 36 ਆ ਜੀ। ਤਾਂ ਇਹਨੂੰ ਇਹਦੇ ਨਾਲ ਡਿਵਾਈਡ ਕਰਿਆ ਕਿੰਨਾ ਬਚ ਗਿਆ ਜੀ 2 2 ਇਨਵਰਸ ਤੋਂ mod ਲਓ। ਠੀਕ ਹੈ ਜੀ। ਹੁਣ ਤੁਸੀਂ ਧਿਆਨ ਨਾਲ ਦੇਖਣਾ ਇੱਥੇ ਕੀ ਗੜਬੜ ਹੋ ਸਕਦੀ ਆ। ਹੁਣ ਦੇਖੋ 2 ਦਾ ਇਨਵਰਸ ਕਾਹਦੇ ਚ ਫਾਈਂਡ ਕਰਨਾ ਮੈਂ ਮੋਡੂਲਸ 3 ਦੇ ਵਿੱਚ, ਯਾਨੀ ਕਿ ਮੈਂ 2 ਨੂੰ ਕਿਹਦੇ ਨਾਲ ਮਲਟੀਪਲਾਈ ਕਰਾਂ ਤਾਂ ਮੇਰਾ ਆਨਸਰ 1 ਬਣ ਜਾਏ। ਨੰਬਰ ਕਿਹੜੇ ਆ ਮੇਰੇ ਕੋਲ ਅਵੇਲੇਬਲ 0 1 2 ਕਿਉਂਕਿ ਇਹ ਮੇਰੇ ਕੋਲ ਕੀ ਆ ਮੋਡੂਲਸ 3। ਹਾਂਜੀ ਇਹਨਾਂ ਚੋਂ ਵੇਖ ਕੇ ਦੱਸ ਦਿਓ ਮੈਂ ਕਿਹਦੇ ਨਾਲ ਮਲਟੀਪਲਾਈ ਕਰਾਂ, ਇੱਥੇ ਮੈਂ ਕੀ ਵੈਲਿਊ ਰੱਖਾਂ ਕਿਉਂਕਿ ਆਪਾਂ ਕੀ ਫਾਈਂਡ ਕਰ ਰਹੇ ਹਾਂ a into b is equal to 1। ਫਿਰ a ਦਾ ਇਨਵਰਸ ਕੌਣ ਹੁੰਦਾ b। ਤਾਂ ਦੇਖੋ ਹੁਣ ਮੈਂ ਇੱਥੇ ਜਦੋਂ ਮੈਂ 2 ਫਿਲ ਕਰ ਦੇਵਾਂ 2 into 2 ਕਿੰਨਾ ਹੋ ਗਿਆ 4। 4 ਨੂੰ ਜਦੋਂ ਮੈਂ 3 ਤੇ ਡਿਵਾਈਡ ਕੀਤਾ ਤਾਂ ਰਿਮਾਈਂਡਰ ਕਿੰਨਾ ਬਚ ਗਿਆ 1। ਤਾਂ ਮੇਰਾ ਇੱਥੇ ਵੈਲਿਊ ਕਿੰਨੀ ਆ ਜਾਏਗੀ ਇਹਦੀ 2। 20 into 2 ਇਹਦਾ ਕੰਮ ਖਤਮ ਹੋ ਗਿਆ ਜੀ। 20 into 2 ਇਹ ਖਤਮ ਹੋ ਗਿਆ ਮੋਡੂਲਸ ਹੁਣ ਸਾਰਾ। ਸਰ ਰਿਪੀਟ ਕਰਿਓ ਜੀ। ਹਾਂਜੀ ਇਨਵਰਸ ਦਾ ਮਤਲਬ ਕੀ ਹੁੰਦਾ ਜੀ ਆਪਾਂ ਮੈਂ ਕਹਦਾ ਮੈਂ 1/2 ਇਹਦਾ ਇਨਵਰਸ ਦਾ ਮਤਲਬ ਤਾਂ ਇਹੀ ਹੋ ਗਿਆ ਨਾ। ਹੁਣ ਇਹ ਮੋਡੂਲਰ ਚ ਚੱਲਦਾ ਪਿਆ। ਮੋਡੂਲਰ ਦੇ ਵਿੱਚ ਨੰਬਰ ਮੇਰੇ ਕੋਲ ਕਿੱਦਾਂ ਦੇ ਹੋਣਗੇ 0 1 ਮਤਲਬ ਜਿੰਨਾ 3 ਆ ਤਾਂ ਉਹਦੇ ਤੋਂ 1 ਘੱਟ ਤੱਕ ਹੋਣਗੇ 0 ਤੋਂ ਲੈ ਕੇ। ਤਾਂ ਦੇਖੋ ਮੈਂ ਕਿਹਦਾ ਫਾਈਂਡ ਕਰਨਾ 2 ਦਾ ਇਨਵਰਸ। ਤਾਂ ਇੱਥੇ ਮੈਂ 2 ਨੂੰ ਕਿਹੜੇ ਨੰਬਰ ਦੇ ਨਾਲ ਮਲਟੀਪਲਾਈ ਕਰਾਂ ਮੇਰਾ ਆਨਸਰ 1 ਬਣ ਜਾਏ। ਦੇਖੋ 0 ਨਾਲ ਮਲਟੀਪਲਾਈ ਕਰੋਗੇ 0 ਬਣ ਜਾਏਗਾ, 1 ਨਾਲ ਮਲਟੀਪਲਾਈ ਕਰੋਗੇ ਤਾਂ 2 ਬਣ ਜਾਏਗਾ, 2 ਨਾਲ ਮਲਟੀਪਲਾਈ ਕਰੋਗੇ 2 into 2 ਕਿੰਨਾ ਬਣ ਗਿਆ 4। ਤਾਂ ਜਦੋਂ 4 ਤੋਂ ਵੱਡੀ ਵੈਲਿਊ ਆ ਗਈ ਫਿਰ ਆਪਾਂ ਉਹਨੂੰ ਕਿਹਦੇ ਨਾਲ ਡਿਵਾਈਡ ਕਰਦਾ ਕਰਨਾ 3 ਦੇ ਨਾਲ ਡਿਵਾਈਡ ਕਰਦਾ ਕਰਨਾ। ਤਾਂ ਦੇਖੋ ਰਿਮਾਈਂਡਰ ਕਿੰਨਾ ਬਚ ਗਿਆ 1। ਤਾਂ ਮੇਰਾ ਆਨਸਰ ਆ ਗਿਆ ਇੱਥੇ। ਇਹਦਾ 2 ਦਾ ਇਨਵਰਸ ਕੌਣ ਆ 2 ਹੀ ਆ। ਅੱਗੇ ਚੱਲਦੇ ਆ 13 ਉਸੇ ਤਰ੍ਹਾਂ ਹੀ ਆ। ਹੁਣ ਦੇਖੋ ਇਹ ਕਿੰਨਾ ਮੇਰੇ ਕੋਲ 3 ਆ ਤਾਂ ਮੈਂ 3 ਨੂੰ ਮੈਂ ਕਿਹੜੇ ਨੰਬਰ ਦੇ ਨਾਲ ਮਲਟੀਪਲਾਈ ਕਰਾਂ ਮੇਰਾ ਆਨਸਰ ਕਿੰਨਾ ਬਣ ਜੇ 1। ਫਾਰ ਐਗਜ਼ਾਮਪਲ ਮੇਰੇ ਕੋਲ ਨੰਬਰ ਕਿਹੜੇ ਕਿਹੜੇ ਹੋਣਗੇ ਇੱਥੇ 0 1 2 ਤੇ 3। ਹੁਣ ਇਹ ਨੰਬਰਾਂ ਦੇ ਵਿੱਚੋਂ ਮੈਂ ਚੈੱਕ ਕਰਨਾ ਹੈ। 0 ਨਾ ਕਰਿਆ 0 ਹੋ ਗਿਆ, 1 ਨਾ ਕਰਿਆ 3 ਹੋ ਗਿਆ, 2 ਨਾ ਕਰਿਆ ਹਾਂ 3 ਆ ਜਾਏਗਾ। 3 ਦਾ ਇਨਵਰਸ ਕੌਣ ਹੋ ਗਿਆ 3। ਇਹ ਮੋਡੂਲਸ ਦਾ ਵੀ ਕੰਮ ਖਤਮ ਹੋ ਗਿਆ, ਇਹ ਵੀ ਕੰਮ ਖਤਮ ਹੋ ਗਿਆ। ਫਿਰ ਅੱਗੇ ਚੱਲਦੇ ਆ। ਹੁਣ ਦੇਖੋ ਅੱਗੇ ਆ ਗਏ ਮੈਂ 5 ਕੋਲੇ ਯਾਨੀ ਕਿ 2 ਨੂੰ ਮੈਂ ਕਿਹੜੇ ਨੰਬਰ ਦੇ ਨਾਲ ਮਲਟੀਪਲਾਈ ਕਰਾਂ ਕਿਹੜੇ ਨੰਬਰ ਹੋਣਗੇ 0 1 2 3 4 ਤਾਂ ਮੇਰਾ ਆਨਸਰ ਬਣ ਜੇ 1। 3 ਨਾ 2 into 3 6 6 ਨੂੰ 5 ਨਾਲ ਡਿਵਾਈਡ ਕੀਤਾ ਰਿਮਾਈਂਡਰ ਬਚ ਗਿਆ 1। ਤਾਂ ਲਓ ਜੀ ਬਿਲਕੁਲ ਕਿੰਨਾ ਬਚ ਗਿਆ ਜੀ 36 into 3 ਹੋ ਗਿਆ ਜੀ ਸਰ। ਕਿਸੇ ਨੂੰ ਨਹੀਂ ਪਤਾ ਲੱਗਾ ਤਾਂ ਦੱਸ ਦਿਓ। ਹਾਂਜੀ ਫਿਰ ਹੁਣ ਇਹਦਾ ਫਾਈਨਲ ਆਨਸਰ ਆ ਗਿਆ। ਇੱਕ ਵਾਰ ਟੋਟਲ ਕਰਕੇ ਦੱਸ ਦਿਓ ਕਿੰਨਾ ਬਣ ਗਿਆ। ਹਾਂਜੀ ਟੋਟਲ ਕਰਕੇ ਦੱਸ ਦਿਓ। ਹਾਂਜੀ ਵੈਸੇ ਇਹਨੂੰ ਦੋ ਤਰੀਕੇ ਨਾਲ ਕਰ ਸਕਦੇ ਇੱਕ ਹੋਰ ਵੀ ਜੇ ਇੱਥੇ ਕਿਸੇ ਨੇ 238 ਹਾਂਜੀ ਇੱਥੇ ਤੁਹਾਡਾ ਬਣ ਗਿਆ। ਮੈਂ ਥੋੜਾ ਨੀਚੇ ਕਰਕੇ ਲਿਖ ਦਿੰਦਾ 238। ਤਾਂ ਦੇਖੋ ਹਾਂਜੀ ਨਾਲ ਆਪਾਂ ਮੋਡੂਲੋ ਚੈੱਕ ਕਰਨਾ ਹੁੰਦਾ ਸਾਰਿਆਂ ਦਾ ਮਲਟੀਪਲ ਦੇ ਨਾਲ ਸੋਲੂਸ਼ਨ ਫਾਈਂਡ ਕਰਨਾ ਹੈ ਨਾ ਯਾਨੀ ਕਿ 3 into 4 into 5। ਤਾਂ ਲਓ ਜੀ ਇਹਦੇ ਤਾਂ ਚੈੱਕ ਕਰ ਲਓ ਤੁਹਾਡੇ ਕੋਲੇ x ਦੀ ਛੋਟੀ ਵੈਲਿਊ ਆ ਜਾਏਗੀ ਯਾਨੀ ਕਿ ਇਹ ਬਣ ਗਿਆ ਤੁਹਾਡੇ ਕੋਲੇ ਮੋਡੂਲੋ 20 into 3 60 ਤੇ ਚੈੱਕ ਕਰਨਾ। ਤਾਂ ਦੇਖੋ 60 ਤੇ ਡਿਵਾਈਡ ਕਰਕੇ ਕਿੰਨਾ ਆ ਗਿਆ।
ठीक है जी, कितना आ गया दस 60 से डिवाइड करके रिमाइंडर चेक करना जस्ट 58 आ जाएगा ਹਾਂਜੀ ਸਰ 58 ਯਾਨੀ ਕਿ x ਦੀ ਵੈਲਿਊ ਕਿਹੜੀ ਆ 58 ਇਦਾਂ ਦੀ ਵੈਲਿਊ ਆ ਜਦੋਂ ਮੈਂ 3 ਦੇ ਨਾਲ ਚੈੱਕ ਕਰਦਾ ਰਿਮਾਈਂਡਰ ਕਿੰਨਾ ਆਏਗਾ ਆਨਸਰ ਕਿੰਨਾ ਆਉਂਦਾ ਸੀ ਮੇਰੇ ਕੋਲ ਥੋੜੀ ਦੇਰ ਪਹਿਲਾਂ ਚੈੱਕ ਕਰਿਆ ਰਿਮਾਈਂਡਰ 1 ਆਏਗਾ 4 ਨਾ ਕਰਿਆ 2 ਆਏਗਾ 5 ਨਾ ਕਰਿਆ 3 ਆਏਗਾ ਦੇਖੋ ਹੁਣ ਆਪਸ਼ਨ ਦੇ ਵਿੱਚ ਅਗਰ ਉਹਨੇ ਮੈਨੂੰ ਇਹੀ ਸਮ ਪਾਇਆ ਹੁੰਦਾ ਤਾਂ ਉਹਨੇ ਆਨਸਰ ਤਾਂ ਮੈਨੂੰ ਦੇਣਾ ਹੀ ਪੈਣਾ ਸੀ ਨਾ ਕੋਈ ਇੱਕ 58 ਇੱਕ 60 ਦੇ ਦੂਗਾ ਇੱਕ ਕੋਈ 65 ਦੇ ਦੂਗਾ ਇੱਕ ਕਿਹੜਾ ਦੇ ਦੇਗਾ 70 ਦੇ ਦੇਗਾ ਆਪਾਂ ਚੁੱਪ ਕਰਕੇ ਵੈਲਿਊ ਚੈੱਕ ਕਰ ਲੈਣੀ ਆ ਵੀ ਕਿਹਦੇ ਤੇ ਮੇਰੇ ਕੋਲ ਆਨਸਰ ਸੈਟੀਸਫਾਈਡ ਹੁੰਦਾ ਕਲੀਅਰ ਹੈ ਇਸ ਨਹੀਂ ਪਤਾ ਲੱਗਾ ਤਾਂ ਦੱਸ ਦਿਓ ਇਹ ਫਾਈਂਡ ਕਰਨ ਦਾ ਤਰੀਕਾ ਆ ਹੈਲੋ ਸਰ ਹਾਂਜੀ ਹਾਂਜੀ ਮਨਪ੍ਰੀਤ ਸਰ ਇੰਨਾ ਲੰਬਾ ਪੇਪਰ ਤੇ ਹੁਣ ਤਾਂ ਕੋਈ ਟ੍ਰਿਕ ਹੈਗੀ ਇਹਦੀ ਹਾਂਜੀ ਉਹੀ ਤਾਂ ਮੈਂ ਬੋਲਿਆ ਜੀ ਜੇ ਸੋਲੂਸ਼ਨ ਦਿੱਤਾ ਹੋਇਆ ਤਾਂ ਸੋਲੂਸ਼ਨ ਵੈਲਿਊ ਫੁੱਲ ਕਰਕੇ ਦੇਖੋ ਹਾਂਜੀ ਠੀਕ ਹੈ ਜੀ ਹਾਂਜੀ ਕਿਉਂਕਿ ਦੇਖੋ ਸੋਲੂਸ਼ਨ ਦਾ ਮਤਲਬ ਕੀ ਆ ਹੁਣ ਆਪਾਂ ਨੂੰ ਇਹ ਤਾਂ ਹੈ ਨਹੀਂ ਵੀ ਆਪਸ਼ਨ ਤੋਂ ਜਿਹਨੇ ਸੋਲੂਸ਼ਨ ਪੁੱਛ ਲਿਆ ਤਾਂ ਸੋਲੂਸ਼ਨ ਦੇਊਗਾ ਨਾ ਉਹ ਤਾਂ ਉਹਨੂੰ ਸੋਲੂਸ਼ਨ ਦੇਣਾ ਹੀ ਪੈਣਾ ਉਹਨੇ ਹੋਰ ਉਹਨਾਂ ਕੋਲ ਕੋਈ ਹੱਲ ਬਚਣਾ ਹੀ ਨਹੀਂਗਾ ਇਹਦਾ ਠੀਕ ਹੈ ਜੀ ਹਾਂਜੀ ਅੱਗੇ ਚੱਲਦੇ ਹਾਂ ਹਾਂਜੀ ਵੈਸੇ ਤਾਂ ਤਕਰੀਬਨ ਆਪਣਾ ਆਲਮੋਸਟ ਇਹਦੇ ਚ ਖਤਮ ਹੋ ਚੁੱਕਿਆ ਆ ਕੋਈ ਬਚਿਆ ਨਹੀਂਗਾ ਹੁਣ ਦੇਖੋ 2 ਵਾਲਾ ਵੀ ਆ ਗਿਆ ਤਾਂ 2 ਵਾਲਾ ਇਹ ਆਪਾਂ 3 ਵਾਲਾ ਕਰ ਲਿਆ 2 ਵਾਲਾ ਇਹ ਵੀ ਸੌਖਾ ਹੋਏਗਾ ਸਿਰਫ ਕੀ ਕਰਨਾ ਆਪਾਂ ਵੈਲਿਊ ਫਿਲ ਕਰਕੇ ਦੇਖ ਲੈਣੀ ਆ ਹਾਂਜੀ ਇੱਕ ਉਸ ਦਿਨ ਤੁਹਾਨੂੰ ਥੋੜਾ ਜਿਹਾ ਰਹਿ ਗਿਆ ਸੀਗਾ ਕੰਪਲੀਟ ਕਰਨ ਵਾਲਾ ਜਿਹੜਾ ਮੈਂ ਤੁਹਾਨੂੰ ਬੋਲਿਆ ਸੀ ਸਟੇਟਮੈਂਟ ਦੇ ਵਿੱਚ ਗੜਬੜ ਆ ਤਾਂ ਉਹ ਸਟੇਟਮੈਂਟ ਕਰੈਕਟ ਕਰ ਲਓ ਹਾਂਜੀ for n greater than 1 then sum of positive integers less than n and relatively prime to n is कितना हो गया 1/2 n into 5 ठीक है यानी कि सम फाइंड करना ਆਪਾਂ ਕੋਈ ਵੀ n ਨਾ ਉਹਦੇ ਨਾਲ ਕਿੰਨਾ ਰਿਲੇਟਿਵਲੀ ਪ੍ਰਾਈਮ ਆ ਮਤਲਬ n ਦੇ ਨਾਲ ਤਾਂ ਆਪਾਂ ਡਾਇਰੈਕਟ ਫਾਈਂਡ ਕਰ ਸਕਦੇ ਹਾਂ ਕਿਵੇਂ 1/2 n into 5n ਕਲੀਅਰ ਹੈ ਜਿਹੜਾ ਤੁਸੀਂ ਇੱਕ ਐਗਜ਼ਾਮਪਲ ਵੀ ਦੇ ਦੇਣਾ ਮੈਂ ਤੁਸੀਂ ਫਾਈਂਡ ਕਰਨਾ ਕੁਐਸਚਨ find sum important ਹੈ ਇਹ as it is question ਆ ਸਕਦਾ find sum of positive integer less than 40 relatively prime to तो जस्ट ਤੁਸੀਂ ਕੀ ਫਾਈਂਡ ਕਰਨਾ 1/2 40 into 540 ਤਾਂ 540 ਕਿਵੇਂ ਫਾਈਂਡ ਕਰਾਂਗੇ 40 ਨੂੰ ਕੀ ਲਿਖ ਸਕਦੇ ਆਪਾਂ 2 raised to power 3 into 5 ਤਾਂ ਇਹਦੇ 540 ਹੁਣ ਤੁਸੀਂ ਡਾਇਰੈਕਟ ਇੱਥੇ ਫਾਈਂਡ ਕਰ ਦਿਓ 1/2 into 14 into ਹਾਂਜੀ 40 into 1/2 into 4/5 ਮੈਂ ਡਾਇਰੈਕਟ ਹੀ ਸੋਲਵ ਕਰ ਦਿੱਤਾ ਸ਼ਾਰਟਕਟ ਲਗਾ ਕੇ ਹੁਣ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਆ ਜਾਏਗਾ ਸਾਰਿਆਂ ਨੂੰ ਕਟਿੰਗ ਕਰਕੇ 320 ਹਾਂਜੀ ਚਲਿए ਅੱਗੇ ਕਿਸੇ ਨੂੰ ਨਹੀਂ ਪਤਾ ਲੱਗਾ ਤਾਂ ਦੱਸ ਦਿਓ ਹਾਂਜੀ ਕੱਲ ਕਿਸੇ ਨੂੰ ਲਾਸਟ ਡਿਜਿਟ ਵਾਲੇ 'ਚ ਕੋਈ ਪ੍ਰੋਬਲਮ ਤਾਂ ਨਹੀਂ ਤਾਂ ਦੱਸ ਦਿਓ ਜੇ ਪ੍ਰੋਬਲਮ ਹੈਗੀ ਹੈ ਤਾਂ ਫਿਰ ਇੱਕ ਅੱਧਾ ਕੁਐਸਚਨ ਹੋਰ ਕਰ ਲੈਂਦੇ ਆਪਾਂ ਹਾਂਜੀ ਬੋਲ ਦੋ ਬਈ सर करवा दो एक अद्धा क्वेश्चन ਇੱਕ ਅੱਧਾ ਹੋਰ ਕੁਐਸਚਨ ਕਰ ਦਈਏ ਇੱਕ ਮਿੰਟ
ਹਾਂਜੀ, ਜਿਸ ਤਰ੍ਹਾਂ ਤੁਹਾਨੂੰ ਬੋਲਿਆ ਇਸ ਤਰ੍ਹਾਂ ਦਾ ਕੁਐਸਚਨ ਆਇਆ ਹੋਇਆ ਐਗਜ਼ਾਮ ਦੇ ਵਿੱਚ, ਫਾਈਂਡ ਲਾਸਟ ਡਿਜਿਟ। ਲਾਸਟ ਡਿਜਿਟ 781 ਦਾ, ਤਾਂ ਤੁਸੀਂ ਫਾਈਂਡ ਕਰਕੇ ਦੱਸਣਾ ਕਿੰਨਾ ਹੋਏਗਾ। ਆਪਸ਼ਨ ਹੋਏਗੀ ਤੁਹਾਡੇ ਕੋਲੇ 07 17 3 ਤੇ ਹੋਰ ਕਿੰਨਾ ਆਇਆ ਸੀ ਆਪਣੇ ਕੋਲੇ 9 ਆਇਆ ਸੀ, ਤਾਂ ਚੈੱਕ ਕਰ ਲਓ ਕਿੰਨਾ ਆਏਗਾ। ਤਾਂ ਤੁਸੀਂ ਕੀ ਕਰਨਾ 7 ਰੇਜ਼ ਟੂ ਪਾਵਰ 81 ਮੋਡੂਲਸ 7 ਚੈੱਕ ਕਰਨਾ। ਵੈਸੇ ਤੁਹਾਨੂੰ ਇਹਦਾ ਸ਼ਾਰਟਕਟ ਵੀ ਦੱਸ ਚੁੱਕਿਆ ਮੈਂ। ਹੁਣ ਇਹਨਾਂ ਆਪਾਂ 4 ਤੇ ਕਰਨਾ ਸੀ ਨਾ, ਤਾਂ 4 ਤੇ ਇਹਨੂੰ ਡਿਵਾਈਡ ਕਰਕੇ ਦੇਖੋ ਕਿੰਨਾ ਬਚ ਗਿਆ ਜੀ। 81 ਨੂੰ 4 ਤੇ ਕਰਿਆ ਤਾਂ 80 ਪੂਰਾ ਚਲਾ ਗਿਆ, ਰਿਮਾਈਂਡਰ ਬਣ ਗਿਆ 1। ਤਾਂ ਤੁਸੀਂ ਜਸਟ ਕੀ ਚੈੱਕ ਕਰਨਾ 7 ਰੇਜ਼ ਟੂ ਪਾਵਰ 1 ਚੈੱਕ ਕਰਨਾ, ਯਾਨੀ ਕਿ ਉਹ ਕਿੰਨਾ ਆ ਜਾਏਗਾ ਤੁਹਾਡੇ ਕੋਲ 7 ਮੋਡੂਲੋ 10। ਤਾਂ ਇਹ ਤੁਹਾਡੇ ਕੋਲ ਕੀ ਬਚ ਜਾਏਗਾ ਲਾਸਟ ਡਿਜਿਟ। ਤੁਹਾਡਾ ਆਨਸਰ ਕਿੰਨਾ ਆ ਜਾਏਗਾ ਜੀ? ਇੱਕ ਮਿੰਟ ਜੀ ਸਰ ਐਕਸਕਿਊਜ਼ ਮੀ, ਹਾਂਜੀ, ਸਰ 10 ਕਿਉਂ ਲਿਆ? ਲਾਸਟ ਡਿਜਿਟ 10 ਦੇ ਨਾਲ ਹੀ ਚੈੱਕ ਹੁੰਦਾ ਹੈ, ਕਿਉਂਕਿ ਦੇਖੋ ਜਦੋਂ ਆਪਾਂ ਕਰਦੇ ਨਹੀਂ ਹੁੰਦੇ ਯੂਨਿਟ ਡਿਜਿਟ ਇਹਨਾਂ, ਫਿਰ ਆਪਾਂ 10th ਡਿਜਿਟ ਬੋਲਦੇ ਅੱਗੇ। ਜੇ ਤੁਹਾਨੂੰ ਲਾਸਟ 2 ਬੋਲਿਆ ਹੁੰਦਾ ਫਿਰ 100 ਦੇ ਨਾਲ ਹੋਣਾ ਸੀ, ਜੇ ਲਾਸਟ 3 ਬੋਲਿਆ ਹੁੰਦਾ ਫਿਰ 1000 ਦੇ ਨਾਲ। ਓਕੇ ਸਰ। ਹਾਂਜੀ ਹਾਂਜੀ, ਇੱਕ ਮਿੰਟ ਹੋਰ ਕੁਐਸਚਨ ਦੇਖ ਦਿੰਦਾ ਮੈਂ ਇੱਕ ਦੋ, ਤਾਂ ਦੇਖੀ ਉਹਨਾਂ ਨੂੰ ਵੀ ਨਿਗਾਹ ਮਾਰ ਲਓ ਜਰਾ। ਵੈਸੇ ਤਾਂ ਆਲਮੋਸਟ ਆਪਾਂ ਇਹਦੇ 'ਚ ਸਾਰਾ ਕਰ ਚੁੱਕੇ ਹਾਂ। ਹਾਂਜੀ, ਜਿਸ ਤਰ੍ਹਾਂ ਮੈਂ ਇੱਕ ਬੱਚੇ ਦਾ ਪ੍ਰੋਬਲਮ ਸੀਗੀ ਉਹ ਵੀ ਮੈਂ ਆਪਾਂ ਲੈ ਲੈਨੇ ਹੁਣੇ। ਹਾਂਜੀ, ਮੈਂ ਉਸ ਦਿਨ ਕਰਵਾਇਆ ਸੀਗਾ 9 ਰੇਜ਼ ਟੂ ਪਾਵਰ ਕਿੰਨਾ ਕਰਾਇਆ ਸੀ 81 ਕਰਾਇਆ ਸੀ ਨਾ ਸ਼ਾਇਦ। ਤਾਂ ਆਪਾਂ ਮੈਂ ਬੋਲਿਆ ਸੀ ਇਹਦਾ ਕਿ ਤੁਸੀਂ ਲਾਸਟ ਡਿਜਿਟ ਚੈੱਕ ਕਰਨਾ, ਲਾਸਟ ਡਿਜਿਟ ਕਿੰਨਾ ਹੋਏਗਾ। ਤਾਂ ਮੈਂ ਰੂਲਸ ਉਹਦੇ ਲਿਖਾਏ ਹੋਏ ਸੀਗੇ, ਆਪਾਂ ਫਿਰ ਇਹਨੂੰ ਮੋਡਲ 10 ਦੇ ਨਾਲ ਚੈੱਕ ਕਰਨਾ। ਤਾਂ ਹੁਣ ਇਹ 9 ਨਹੀਂਗਾ, ਅਸਲ ਦੇ ਵਿੱਚ ਇਹਨੂੰ ਕੀ ਲਿਖਦੇ ਆਪਾਂ 3 ਰੇਜ਼ ਟੂ ਪਾਵਰ 2 into 81, ਕਿਉਂਕਿ ਆਪਾਂ 9 ਤੇ 3 ਦਾ ਬਿਹੇਵੀਅਰ ਬਿਲਕੁਲ ਸੇਮ ਆ। ਇਹਨੂੰ ਲਿਖ ਦੋ, ਫਿਰ ਇਹ ਕਿੰਨਾ ਬਣ ਗਿਆ ਤੁਹਾਡੇ ਕੋਲ 3 ਰੇਜ਼ ਟੂ ਪਾਵਰ 2 into 160, ਠੀਕ ਹੈ ਜੀ 162 ਬਣ ਗਿਆ। ਤਾਂ ਇਹਨੂੰ ਆਪਾਂ ਕਰਿਆ ਸੀ ਉਸ ਦਿਨ ਸੋਲਵ ਕਰਨ ਦਾ ਤਰੀਕਾ, ਕੀ ਬਣਦਾ ਮੇਰੇ ਕੋਲ? ਹਾਂਜੀ 9 ਆਉਂਦਾ। ਤਾਂ 162 ਨੂੰ ਕਿੰਨੇ ਕਰਿਆ ਆਪਾਂ 4 ਤੇ ਡਿਵਾਈਡ ਕਰਿਆ, 4 ਤੇ ਕਰਿਆ ਤਾਂ ਦੇਖੋ 16 ਪੂਰਾ ਚਲਾ ਗਿਆ, ਤਾਂ 2 ਬਚ ਗਿਆ। ਮੈਨੂੰ ਰਿਮਾਈਂਡਰ ਦੇ ਨਾਲ ਮਤਲਬ ਆ, ਕੋਸ਼ੈਂਟ ਵਗੈਰਾ ਨਾਲ ਮੈਨੂੰ ਕੁਝ ਨਹੀਂ ਮਤਲਬ। ਯਾਨੀ ਕਿ ਤੁਸੀਂ ਕੀ ਚੈੱਕ ਕਰਨਾ, ਜਸਟ 3 ਰੇਜ਼ ਟੂ ਪਾਵਰ 2 ਚੈੱਕ ਕਰਨਾ ਵੀ ਇਹਦਾ ਰਿਮਾਈਂਡਰ ਕਿੰਨਾ ਆਉਂਦਾ। ਹਾਂਜੀ ਦੇਖੋ ਕਿੰਨਾ ਬਚ ਗਿਆ ਜੀ 9 ਨੂੰ 10 ਦੇ ਨਾਲ ਕਿਉਂ ਡਿਵਾਈਡ ਕੀਤਾ? ਹਾਂਜੀ, ਤੁਸੀਂ ਲਾਸਟ ਵਾਲੀ ਵੀਡੀਓ ਦੇਖ ਲਈ ਮੈਮ? ਹਾਂਜੀ ਸਰ, ਮੈਂ ਨਾਲ ਲਾਈ ਸੀ ਲਾਈਵ। ਉਹਦੇ ਲਾਸਟ ਤੇ ਆਪਾਂ ਰੂਲ ਕਰੇ ਸੀਗੇ ਇੱਕ, ਜਿਵੇਂ 3 ਰੇਜ਼ ਟੂ ਪਾਵਰ 1 ਮੈਂ ਲਿਖਾਏ ਸੀਗੇ, 3 ਬਣਦਾ ਸੀ, 3 ਰੇਜ਼ ਟੂ ਪਾਵਰ 2 ਬਣਦਾ ਸੀ 9, 3 ਰੇਜ਼ ਟੂ ਪਾਵਰ 3 ਬਣਦਾ ਸੀ 7। ਹਾਂਜੀ ਉਹਨੂੰ ਸਰ। ਯੂਜ਼ ਕਰਦੇ ਬਾਈ 4 ਬਣ ਗਿਆ ਸੀ। ਹੁਣ 4 ਤੋਂ ਬਾਅਦ ਰਿਪੀਟੇਸ਼ਨ ਸਟਾਰਟ ਹੋ ਗਈ ਸੀ, ਤਾਂ ਕਰਕੇ ਆਪਾਂ 4 ਨਾਲ ਡਿਵਾਈਡ ਕਰ ਲੈਂਦੇ ਆ। ਠੀਕ ਹੈ। ਹਾਂਜੀ, ਤਾਂ ਇਹ ਬਣ ਗਿਆ 9। ਤਾਂ ਹੁਣ ਦੇਖੋ ਇੱਕ ਇਹਨੂੰ ਤਰੀਕੇ ਨਾਲ ਹੋਰ ਵੀ ਲਿਖਿਆ ਜਾ ਸਕਦਾ, ਕਿਵੇਂ? ਇਹਦੇ ਚੋਂ ਇਹਨੂੰ ਘਟਾ ਕੇ ਲਿਖ ਲਓ। ਇੱਕ ਤਾਂ ਆਨਸਰ ਮੇਰਾ ਇਹ ਬਣ ਗਿਆ, ਇੱਕ ਇਹਦਾ ਨੈਗੇਟਿਵ ਚ ਵੀ ਆਨਸਰ ਲਿਖ ਸਕਦੇ ਆ। ਇਹ ਕਿੰਨਾ ਬਣ ਜਾਣਾ 3 ਸਕੁਅਰ, ਦੇਖੋ 10 ਦੇ ਵਿੱਚੋਂ 9 ਸਬਟ੍ਰੈਕਟ ਕਰੇ ਤਾਂ ਕਿੰਨਾ ਬਣ ਗਿਆ -1। ਤਾਂ ਤੁਸੀਂ ਇਹਨਾਂ ਚੋਂ ਜਿਹੜਾ ਮਰਜ਼ੀ ਆਨਸਰ ਲਿਖ ਲਓ, ਕੋਈ ਪ੍ਰੋਬਲਮ ਨਹੀਂ, ਦੋਨੋਂ ਆਨਸਰ ਹੋਣਗੇ, ਤੇ ਜਿਹੜਾ ਮਰਜ਼ੀ ਲਿਖ ਲਓ। ਮਤਲਬ ਜਿੱਡਾ ਵੱਡਾ ਮਰਜ਼ੀ ਕੁਐਸਚਨ ਆ ਜਾਏ ਤੇ ਡਰਨ ਦੀ ਜ਼ਰੂਰਤ ਨਹੀਂ, ਆਪਾਂ ਇਹਨਾਂ ਮੈਥਡ ਦੇ ਨਾਲ ਹੀ ਕਰਨਾ ਹੈ। ਤਾਂ ਹੁਣ ਆਪਣਾ ਇਹਦੇ ਨਾਲ ਨੰਬਰ ਥਿਊਰੀ ਖਤਮ ਹੋ ਗਿਆ। ਹੁਣ ਆਪਾਂ ਅਲਜਬਰਾ ਸਟਾਰਟ ਕਰਨ ਲੱਗੇ ਆ, ਤਾਂ ਵਿੱਚ ਹੀ ਆਪਾਂ ਕੰਟੀਨਿਊ ਰੱਖਾਂਗੇ, ਜਾਂ ਇੱਕ ਵਾਰ ਆਪਾਂ ਜੇ ਕਹਿੰਦੇ ਤਾਂ ਕਲਾਸ ਬੰਦ ਕਰਕੇ ਦੁਬਾਰਾ ਚਲਾ ਲੈਣੀ। ਅਜੇ ਕਲਾਸ ਬੰਦ ਕਰਕੇ ਚਲਾ ਲੈਣੇ, ਕਿਉਂਕਿ ਦੋਨੋਂ ਅਲੱਗ-ਅਲੱਗ ਹੋ ਜਾਣ। ਨੈਕਸਟ ਟੌਪਿਕ ਕੀ ਹੈ ਸਰ? ਮਾਡਰਨ ਅਲਜਬਰਾ।